ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਆਪਾਂ ਨੂੰ ਭਾਈ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਜੋ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਲੜੀਵਾਰ ਜੋ ਕਥਾ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਅੰਸ ਬੰਸ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ, ਜਿਨ੍ਹਾਂ ਨੇ ਭਾਈ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਹੈ। ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਸਰਵਣ ਕਰਕੇ ਮਾਈ ਭਾਈ ਆਪਣਾ ਜੀਵਨ ਸਫਲ ਕਰ ਰਹੇ ਹੋ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਇਤਿਹਾਸ ਕੱਲ ਆਪ ਜੀ ਨੇ 18ਵੇਂ ਮੰਦਰ ਦਾ 18ਵੇਂ ਘਰ ਦੇ ਪ੍ਰਸੰਗ ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਈ ਨਦੀ ਵਿੱਚ ਚੁੱਭਾ ਮਾਰਿਆ। ਉਸ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਤੀਸਰੇ ਦਿਨ ਬਾਹਰ ਆਏ ਨੇ। ਬੇਬੇ ਨਾਨਕੀ ਜੀ ਦਾ ਦ੍ਰਿੜ ਵਿਸ਼ਵਾਸ ਔਰ ਆ ਕਰਕੇ ਸਤਿਗੁਰੂ ਜੀ ਨੇ ਫਕੀਰਾਂ ਵਾਲਾ ਚੋਲਾ ਪਾਇਆ ਹੈ ਤੇ ਗਰੀਬ ਨਵਾਜ ਪਾਤਸ਼ਾਹ ਮੋਦੀ ਖਾਨੇ ਪਹੁੰਚੇ ਨੇ ਜੋ ਬੰਦ ਹੈ। ਮਹਾਰਾਜ ਨੇ ਦਰਵਾਜ਼ੇ ਖੁਲਾਏ ਨੇ। ਬੜੇ ਜਾਚਕ ਮੰਗਣ ਵਾਲੇ ਹੋਰ ਲੋਕੀ। ਮਹਾਰਾਜ ਕਹਿੰਦੇ ਜੋ ਜਿਸ ਨੂੰ ਚਾਹੀਦਾ ਹੈ ਅੱਜ ਭਾਈ ਆਪੇ ਹੀ ਚੁੱਕ ਲਓ। ਉਸ ਸਮੇਂ ਜੋ ਕਿਸੇ ਦੇ ਹੱਥ ਆਇਆ ਪਦਾਰਥ ਕੀ ਵਸਤਰ ਕੀ ਕੋਈ ਮਾਇਆ ਵੀ ਮਿਲ ਗਈ, ਉਹ ਵੀ ਅੰਨ ਮਿੱਠਾ ਘਿਓ ਸਭ ਲੈ ਗਏ ਨੇ। ਬਹੁਤ ਮਨ ਦੇ ਵਿੱਚ ਪ੍ਰਸੰਨਤਾ ਵੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਭੰਡਾਰੇ ਨੇ ਗੁਰਮੁਖ, ਉਹਨਾਂ ਵਿੱਚ ਕੋਈ ਤੋਟ ਨਹੀਂ ਆ ਰਹੀ। ਇਹ 19ਵੇਂ ਘਰ ਦਾ ਪ੍ਰਸੰਗ ਇੱਥੇ ਤੱਕ ਆਪਾਂ ਇਹ ਸਰਵਣ ਕੀਤਾ ਸੀ। ਆਓ ਉਸ ਤੋਂ ਅੱਗੇ ਪ੍ਰੇਮ ਨਾਲ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਭੀਰ ਭੀ ਨਰਨ ਕੀ, ਪਰਿਉ ਚੌਰ ਤਰਹਿ ਠੌਰ। ਚਾਰੇ ਪਾਸੇ ਬਹੁਤ ਹੀ ਲੋਕਾਂ ਦੀ ਬਹੁਤ ਵੱਡੀ ਭੀੜ ਹੋ ਗਈ ਹੈ। ਉਸ ਜਗ੍ਹਾ ਤੇ ਪਰਿਉ ਰੌਰ ਤਹਿ ਠੌਰ, ਉੱਥੇ ਭਾਈ ਪੂਰਾ ਉਸ ਜਗ੍ਹਾ ਤੇ ਰੌਲਾ ਪਿਆ ਹੋਇਆ ਹੈ। ਸਹਿਤ ਜਰਾਮ ਬਲੋਕ ਹੀ, ਬੇਦੀ ਕੁਲ ਸਿਰ ਮੌਰ। ਤੇ ਭਾਈਆ ਜੈ ਰਾਮ ਵੀ ਖੜੇ ਵੇਖਦੇ ਐ, ਬੇਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਜੀ ਵੀ ਵੇਖ ਰਹੇ ਹਨ। ਸਵਈਆ ਨੌ ਨਿਧ ਸਿੱਧ ਤੇ ਰਿੱਧ ਬਸੈ ਮਧ। ਭਾਈ ਉੱਥੇ ਵਿੱਚ ਜਦੋਂ 9 ਨਿਧੀਆਂ 18 ਸਿੱਧੀਆਂ ਔਰ ਰਿੱਧੀਆਂ ਸਭ ਵਸਦੀਆਂ, ਕੋ ਬਿਧ ਹੋਵੈ ਟੋਟ ਤਹਾਂ। ਜਿੱਥੇ ਵਿੱਚ ਵਰਤਦੀਆਂ ਹੁਣ ਉੱਥੇ ਭਾਈ ਕਿਸ ਤਰ੍ਹਾਂ ਕੋਈ ਟੋਟਾ ਹੋ ਸਕਦਾ, ਘਾਟਾ ਹੋ ਸਕਦਾ ਹੈ। ਹਾਰ ਪਰੇ ਨਰ ਲੂਟਤ ਜੇ, ਜਿੰਨੇ ਵੀ ਲੋਕ ਹਨ ਸਮਾਨ ਚੁੱਕ ਚੁੱਕ ਲੁੱਟ ਲੁੱਟ ਕੇ ਹੰਭ ਗਏ। ਨਹਿ ਸੋਜ ਨਖੂਟਤ ਦੀਖ ਮਹਾ, ਪਰ ਕੋਈ ਸਮੱਗਰੀ ਉੱਥੇ ਨਖੂਟ ਮੁੱਕੀ ਨਹੀਂ ਹੈ, ਸਗੋਂ ਵੱਧ ਤੋਂ ਵੱਧ ਹੀ ਦਿਸ ਰਹੀ ਹੈ। ਦੌਲਤ ਖਾਨ ਸੁਮਾਨ ਬਦੌਰ। ਫਿਰ ਦੌਲਤ ਖਾਂ ਕੋਲੇ ਇੱਕ ਆਦਮੀ ਭੱਜ ਕੇ ਗਿਆ ਹੈ। ਸਬਹਿ ਬਿਰਤਾਂਤ ਬਖਾਨ ਕਹਾ, ਉਹਨੇ ਸਾਰਾ ਬਿਰਤਾਂਤ ਉਹਨੂੰ ਦੱਸਿਆ ਜਾ ਕੇ। ਭੇਜ ਦਏ ਭ੍ਰਿਤ ਆਪਣੇ ਤਾਛਿਨ, ਉਹਨੇ ਆਪਣੇ ਭ੍ਰਿਤ ਨਾਮ ਹੈ ਸਿਪਾਹੀਆਂ ਦਾ, ਨੌਕਰਾਂ ਦਾ, ਉਸੇ ਸਮੇਂ ਭੇਜ ਦਿੱਤੇ ਹਨ। ਸੋ ਸੁਨ ਹੋ ਬਿਸਮਾਦ ਰਹਾ, ਤੇ ਉਹ ਸੁਣ ਕੇ ਬਹੁਤ ਹੈਰਾਨ ਵੀ ਹੋ ਰਿਹਾ ਹੈ। ਲੂਟਤ ਹੈ ਨਰ ਜੇ ਬਰ ਜੇ, ਲੂਟਤ ਹੈ ਨਰ ਜੇ ਬਰ ਜੇ। ਤੇ ਉਸ ਸਮੇਂ ਜਿਹੜੇ ਲੋਕ ਲੁੱਟ ਰਹੇ ਸਨ ਉਹਨਾਂ ਨੂੰ ਆ ਕੇ ਵਰਜਿਆ ਹੈ, ਭਾਵ ਉਹਨਾਂ ਨੂੰ ਆ ਕੇ ਰੋਕਿਆ। ਤਰਜੇ ਦਰਜੇ ਸਭ ਭੀਰ ਹਟਾਈ, ਤਾੜਨਾ ਕੀਤੀ ਹੈ, ਸਾਰਿਆਂ ਨੂੰ ਦਰਜੇ ਉਹਨਾਂ ਨੂੰ ਦੂਰ ਕੀਤਾ। ਸਾਰੇ ਭਾਈ ਉਹ ਭੀੜ ਜਿਹੜੀ ਹੈ ਹਟਾਈ ਹੈ। ਭੂਪਤ ਦੌਲਤ ਖਾਨ ਆਇਓ, ਆਇਆ ਹੈ ਭੂਪਤ ਰਾਜਾ ਦੌਲਤ ਖਾਨ। ਗਤ ਦਾਨ ਬਿਲੋਕਤ ਲੋਚਨ ਲਾਈ, ਮੁਕਤੀ ਦਾਤੇ ਨੂੰ ਅੱਖਾਂ ਨਾਲ ਵੇਖਦਾ ਹੈ। ਜਿਉ ਵੈਰਾਗ ਗਿਆਨ ਧਰਾ ਤਨ, ਜਿਵੇਂ ਵਿਰਾਗ ਤੇ ਗਿਆਨ ਨੇ ਹੀ ਸਰੀਰ ਧਾਰਿਆ ਹੋਵੇ। ਸ੍ਰੀ ਗੁਰ ਨੇ ਖਪਨੀ ਗਲ ਪਾਈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਖਫਣੀ ਗਲ ਵਿੱਚ ਪਾਈ ਹੋਈ ਹੈ। ਹੇਰ ਨਿਰਾਸ ਉਦਾਸ ਭਇਓ, ਤੇ ਵੇਖ ਕੇ ਬੜਾ ਨਿਰਾਸ਼ ਵੀ ਹੋਇਆ, ਉਦਾਸ ਵੀ ਹੋਇਆ ਹੈ। ਪਛਤਾਸ ਹਿਰਦੈ ਕਛ ਜਾਨ ਨ ਜਾਈ, ਹਿਰਦੇ ਵਿੱਚ ਪਛਤਾਉਂਦਾ ਹੈ, ਕੁਝ ਜਾਣਿਆ ਨਹੀਂ ਜਾਂਦਾ। ਦੋਹਰਾ ਦੌਲਤ ਖਾਨ ਹਟਾਏ ਨਰ, ਕਹਿ ਬੰਦ ਕਰੋ ਦੁਕਾਨ। ਦੌਲਤ ਖਾਨ ਨੇ ਆ ਕੇ ਸਾਰੇ ਲੋਕਾਂ ਨੂੰ ਪਿੱਛੇ ਹਟਾਇਆ, ਆਪਣੇ ਨੌਕਰਾਂ ਨੂੰ ਕਿਹਾ ਇਹ ਦੁਕਾਨ ਨੂੰ ਬੰਦ ਕਰ ਦਿਓ। ਕਹੈ ਗੁਰੂ ਕਿਉਂ ਬੰਦ ਹੋ, ਮਾਲ ਫਕੀਰਨ ਜਾਨ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਦੌਲਤ ਖਾਂ ਇਹ ਕਿਵੇਂ ਬੰਦ ਹੋ ਜੂਗੀ ਦੁਕਾਨ, ਇਹ ਜਿਹੜਾ ਮਾਲ ਹੈ ਫਕੀਰਾਂ ਦਾ ਹੈ, ਇਹ ਤਾਂ ਜਾਣ ਲੈ ਵੀ ਜਿੰਨਾ ਵੀ ਇਹਦੇ ਵਿੱਚ ਪਿਆ ਹੈ। ਲੇਖਾ ਮੁਝ ਤੇ ਲੇਹੋ ਸਭ, ਜੋ ਬਾਕੀ ਸੋ ਦੇਹੋ। ਹਾਂ ਮੇਰੇ ਤੋਂ ਲੇਖਾ ਲੈ ਲਓ, ਜੇ ਤੁਹਾਡਾ ਕੋਈ ਮੇਰੇ ਵੱਲ ਨਿਕਲਦਾ ਹੋਇਆ ਉਹ ਮੈਂ ਦੇ ਦੇਵਾਂਗਾ, ਜੇ ਭਾਈ ਮੇਰਾ ਤੁਹਾਡੇ ਵੱਲ ਹੋਇਆ ਮੈਨੂੰ ਦੇ ਦਿਓ। ਦੁਕਾਨ ਕਿਉਂ ਬੰਦ ਕਰਾਉਣੀ ਹੈ, ਹਿਸਾਬ ਕਿਤਾਬ ਕਰ ਲਵੋ। ਨਵੀਂ ਸਿੰਧ ਬੁਲਵਾਏ ਕੇ, ਕਰਤ ਲੇਖ ਭੇਹੋ। ਨਵੀਂ ਸਿੰਧ ਹੁੰਦਾ ਹੈ ਮੁਨਸ਼ੀ, ਉਹਨੂੰ ਸੱਦ ਕਰਕੇ
ਕਿਹਾ ਕਿ ਹੁਣ ਇਹ ਸਾਰਾ ਲੇਖਾ ਕਰ ਸਵਈਆ ਕਾਗਦ ਲੈ ਕਰ ਬ੍ਰਿੰਦ ਲਿਖੇ। ਹੁਣ ਬਹੁਤ ਕਾਗਜ਼ ਲੈ ਲਏ ਹਨ, ਬਹੁਤ ਹੀ ਲਿਖਣ ਲੱਗਿਆ। ਨਵੀਂ ਸਿੰਧ ਕੀ ਬੁੱਧ ਥੱਕੀ ਬਿਸਮਾਨਾ। ਉਹ ਮੁਨਸ਼ੀ ਮਨੇਮ ਦੀ ਲਿਖਦਿਆਂ ਬੁੱਧੀ ਥੱਕ ਗਈ। ਹੈਰਾਨ ਵੀ ਹੁੰਦਾ ਹੈ। ਦੀਨ ਦਿਆਲ ਰਹੇ ਪੁਨ ਬਾਧੇ ਮੈਂ। ਜਦੋਂ ਵੀ ਬਹੁਤ ਫੇਰ ਦੁਆਰੇ ਲੇਖਾ ਕਰਦਾ, ਇੱਕ ਵਾਰੀ, ਦੋ ਵਾਰ, ਤਿੰਨ ਵਾਰ, ਬਾਰ ਤਾਂ ਦੀਨ ਦਿਆਲ ਸਤਿਗੁਰੂ ਜੀ ਦੇ ਹੀ ਵਾਧੇ ਵੇ ਨਿਕਲੇ ਹਨ। ਭਾਵ ਸਤਿਗੁਰੂ ਦੀ ਹੀ ਮਾਇਆ ਉਹਨਾਂ ਵੱਲ ਨਿਕਲਦੀ ਹੈ। ਪ੍ਰੇਮ ਹਰੀ ਸੁਨਿਓ ਸਭ ਕਾਨਾ। ਪ੍ਰੇਮ ਹਰੀ, ਹੇ ਪ੍ਰੇਮ ਹਰੀ, ਭਾਵ ਹੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਜੀ। ਸੰਤ ਨੇਣ ਪ੍ਰੇਮ ਸਿੰਘ ਕਹਿੰਦੇ ਇਉਂ ਸਾਰੇ ਭਾਈ, ਹੋਰ ਵੀ ਤੁਸੀਂ ਤੇ ਬਾਬਾ ਜੀ, ਬਾਬਾ ਪ੍ਰੇਮ ਸਿੰਘ ਤੁਸੀਂ ਵੀ ਕੰਨੀ ਸੁਣ ਲਓ। 760 ਨਿਕਾਸੇ ਹੈ ਸ਼ੇਖ। ਸ਼ੇਖ ਦਾ ਮਤਲਬ ਉਸ ਵੱਲ 760 ਰੁਪਈਏ ਜਿਹੜੇ ਹੈ ਉਹਨਾਂ ਵੱਲ, ਭਾਵ ਦੌਲਤ ਖਾਂ ਵੱਲ ਸਤਿਗੁਰਾਂ ਦੇ ਨਿਕਲ ਆਏ। ਸੁਣੀ ਨਿਜ ਸਰੋਨ ਮੈਂ ਦੌਲਤ ਖਾਨਾ। ਇਹ ਗੱਲ ਜਦੋਂ ਦੌਲਤ ਖਾਂ ਨੇ ਕੰਨੀ ਸੁਣੀ ਹੈ। ਹੋਤ ਭਏ ਬਿਸਮਾਦ ਹਿਰਦੈ। ਉਹ ਤੇ ਹਿਰਦੇ ਵਿੱਚ, ਮਨ ਵਿੱਚ ਬੜਾ ਬਿਸਮਾਦ ਹੀ ਹੋ ਗਿਆ। ਅਹਿਲਾਦ ਜੈ ਰਾਮ ਨਾ ਜਾਏ ਬਖਾਨਾ। ਤੇ ਜਿਹੜਾ ਜੈ ਰਾਮ, ਉਹਨੂੰ ਬਹੁਤ ਖੁਸ਼ੀ ਹੋਈ, ਇੰਨੀ ਖੁਸ਼ੀ ਜਿਹਨੂੰ ਬਖਿਆਨ ਨਹੀਂ ਕੀਤਾ ਜਾ ਸਕਦਾ। ਕਬਿਤ ਭਇਓ ਹੈ ਹਿਸਾਬ ਜਬ ਭਨਤ ਨਵਾਬ ਤਬ। ਜਦੋਂ ਫਿਰ ਹਿਸਾਬ ਹੋ ਗਿਆ ਹੈ ਤਾਂ ਨਵਾਬ ਦੌਲਤ ਖਾਂ ਕਹਿੰਦਾ ਹੈ, ਲੀਜੈ ਨਿਜ ਬਾਕੀ ਅਬ ਕਾਰ ਪੁੰਨ ਕੀਜੀਏ। ਕਿ ਹੇ ਨਾਨਕ, ਆਪਣੀ ਬਾਕੀ ਜਿਹੜੀ ਹੈ ਉਹ ਲੈ ਲਾ 760 ਰੁਪਈਏ। ਤੇ ਹੁਣ ਫੇਰ ਦੁਬਾਰੇ ਇਹ ਕਾਰਜ ਸ਼ੁਰੂ ਕਰ ਦੇ। ਦੇਵੋ ਧਨ ਔਰ ਤੁਮ ਰਹੋ ਇਹ ਠੌਰ। ਤੈਨੂੰ ਹੋਰ ਵੀ ਧਨ ਦੇਵਾਂਗਾ, ਤੁਸੀਂ ਇਸ ਜਗ੍ਹਾ ਰਹੋ। ਵਾਧਾ ਹੋਏ ਜੋ ਬਹੋਰ ਬਿਨ ਦੇਰ ਸੋਏ ਸੇਉ ਲੀਜੀਏ। ਜਿਹੜਾ ਵੀ ਕੋਈ ਤੁਹਾਡਾ ਵਾਧਾ ਹੋਰ ਹੋਵੇ, ਉਹ ਵੀ ਮੇਰੇ ਤੋਂ ਬਿਨਾਂ ਦੇਰੀ ਤੋਂ ਲੈ ਲਿਆ ਕਰੋ। ਬਾਬੇ ਤਬ ਕਹੀ ਧਨ ਲੇਵੋ ਅਬ ਨਹੀਂ। ਬਾਬਾ ਭਾਵ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਹੁਣੇ ਮੈਂ ਧਨ ਆਪ ਨਹੀਂ ਲਵਾਂਗਾ। ਜੋ ਬਾਕੀ ਸਭ ਰਹੀ ਤਾਂ ਕੀ ਬਾਤ ਜੋ ਸੁਣੀਜੀਏ। ਜਿਹੜਾ ਕੁਝ ਵੀ ਕੋਈ ਬਾਕੀ ਰਹਿ ਗਿਆ ਹੈ ਉਹਦੇ ਬਾਰੇ ਤੂੰ ਇਸ ਤਰ੍ਹਾਂ ਸੁਣ ਲੈ। ਰਾਖੀਏ ਇਮਾਨ ਥਾਏ ਆਪਣੇ ਨਵਾਬ ਰਾਏ। ਐ ਨਵਾਬ ਦੌਲਤ ਖਾਂ, ਮੇਰਾ ਇਮਾਨ ਭਾਵ ਆਪਣੇ ਕੋਲ ਅਮਾਨਤ ਰੱਖ ਲੈ। ਪੈਸੇ ਹੈ ਖੁਦਾਏ ਕੈ ਫਕੀਰਨ ਕੋ ਦੀਜੀਏ। ਇਹ ਖੁਦਾ ਦੀ ਹੋਈ ਮਾਇਆ ਹੈ, ਇਸ ਕਰਕੇ ਤੂੰ ਫਕੀਰਾਂ ਨੂੰ ਵੰਡ ਦੇਈ। ਦੋਹਰਾ ਪੁਨ ਦੁਕਾਨ ਕੋ ਖੋਲ ਕੈ ਦੀਨੀ ਸਭੀ ਲੁਟਾਏ। ਤੇਰੇ ਕਨੀ ਗੁਰੂ ਸਾਹਿਬ ਕਹਿੰਦੇ ਵਾਧਾ 760 ਰਹਿ ਗਿਆ। ਹੁਣ ਇਹ ਦੁਕਾਨ ਦਾ ਸਮਾਨ ਜਿਹੜਾ ਇਹ ਤੇਰਾ ਨਹੀਂ। ਇਸ ਕਰਕੇ ਫੇਰ ਦੁਕਾਨ ਮੋਦੀ ਖਾਨਾ ਖੋਲਿਆ ਤੇ ਸਭ ਲੁਟਾ ਦਿੱਤਾ ਹੈ। ਆਪ ਗਏ ਜੰਗਲ ਵਿਖੇ ਬੈਠ ਸਮਾਧ ਲਗਾਈ। ਆਪ ਸਤਿਗੁਰੂ ਜੀ ਜੰਗਲ ਵਿੱਚ ਸਮਾਧੀ ਲਾ ਕੇ ਬੈਠ ਗਏ ਹਨ। ਸਭ ਪਰਿਵਾਰ ਕ੍ਰਿਤ ਦੇਖ ਕੈ ਠਟਕ ਰਹੇ ਮਨ ਮਾਹੀ। ਸਾਰਾ ਪਰਿਵਾਰ ਇਸ ਤਰ੍ਹਾਂ ਦਾ ਮਹਾਰਾਜ ਨੂੰ ਕ੍ਰਿਤ ਵੀ ਗੁਰੂ ਸਾਹਿਬ ਕੀ ਕਰ ਰਹੇ ਹੈ, ਇਹ ਦੇਖ ਕੇ ਮਨ ਵਿੱਚ ਬਹੁਤ ਹੀ ਠਠੰਬਰ ਰਿਹਾ ਹੈ। ਜਾਏ ਨਿਕਟ ਜਾਏ ਤੂਸਨ ਰਹੇ ਬੋਲ ਸਕਤ ਕਿਛ ਨਾਹੀ। ਤੇ ਨੇੜੇ ਜਾਂਦੇ ਨੇ ਗੁਰੂ ਸਾਹਿਬ ਵੀ ਚੁੱਪ ਹੀ ਰਹਿੰਦੇ ਆ। ਇਸ ਕਰਕੇ ਸਤਿਗੁਰਾਂ ਨਾਲ ਕੁਝ ਕੋਈ ਬੋਲ ਨਹੀਂ ਸਕਦਾ। ਕਬਿਤ ਬੇਦੀ ਕੁਲ ਮੰਡਨ ਸਕਲ ਦੁੱਖ ਖੰਡਨ। ਬੇਦੀ ਕੁਲ ਦੇ ਮੰਡਨ,
ਮੰਡਨ ਕਰਨਾ ਭਾਵ ਕਿਸੇ ਨੂੰ ਟਿਕਾਉਣਾ, ਕਿਸੇ ਦੇ ਹੱਕ ਵਿੱਚ ਦਲੀਲ ਦੇ ਕੇ ਉਹਨੂੰ ਉਸ ਗੱਲ ਨੂੰ ਸਿੱਧ ਕਰਨਾ, ਇਹਨੂੰ ਕਹਿੰਦੇ ਆ ਮੰਡਨ। ਖੰਡਨ ਹੁੰਦਾ ਹੈ ਕਿਸੇ ਗੱਲ ਨੂੰ ਰੱਦ ਕਰਨਾ। ਬੇਦੀ ਕੁਲ ਮੰਡਨ ਭਾਵ ਬੇਦੀ ਕੁਲ ਨੂੰ ਸਥਿਤ ਕਰਨ ਵਾਲੇ, ਉਹਦਾ ਮੰਡਨ ਕਰਨ ਵਾਲੇ। ਸਕਲ ਦੁੱਖ ਖੰਡਨ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ, ਖੰਡਨ ਕਰਨ ਵਾਲੇ। ਪਖੰਡਨ ਕੋ ਦੰਡਨ ਸਰੂਪ ਜਹ ਧਾਰਿਆ ਫਿਰ ਭਾਈ ਪਖੰਡੀਆਂ ਨੂੰ ਦੰਡ ਦੇਣ ਵਾਲੇ। ਉਸੇ ਅਕਾਲ ਪੁਰਖ ਨੇ ਐਸਾ ਇਹ ਸਰੂਪ ਧਾਰਿਆ ਹੈ। ਮੂਲਾ ਸ਼ਾਮਾ ਪੰਡਤ ਲੈ ਬੈਠੇ ਗੁਰੂ ਜਹਾਂ ਆਇਓ। ਤੇ ਜਿਹੜਾ ਗੁਰੂ ਸਾਹਿਬ ਦਾ ਸਹੁਰਾ ਹੈ ਮੂਲ ਚੰਦ, ਉਹ ਸ਼ਾਮੇ ਪੰਡਤ ਨੂੰ ਲੈ ਕੇ ਸਤਿਗੁਰੂ ਜਿੱਥੇ ਬੈਠੇ ਉੱਥੇ ਪਹੁੰਚ ਗਿਆ। ਨਿਕਟ ਬਹਿਠ ਤੁੰਡ ਬਚਨ ਉਚਾਰਿਆ ਤੇ ਕੋਲੇ ਬੈਠ ਕੇ ਮੂੰਹੋਂ ਇਸ ਤਰ੍ਹਾਂ ਬੋਲ ਕਹਿੰਦਾ ਹੈ। ਬਾਲ ਬੁੱਧ ਲੀਨ ਕੱਚੀ ਬਾਤੈ ਸਭ ਕੀਨ ਤੋਹੇ। ਕਹਿਣ ਲੱਗਿਆ ਇਹ ਤੁਹਾਡੀ ਬਾਲਕ ਜਵਾਕਾਂ ਵਾਲੀ ਬੁੱਧੀ ਹੈ, ਕੱਚੀਆਂ ਗੱਲਾਂ ਤੁਸੀਂ ਕਰ ਰਹੇ ਹੋ। ਮੋਦੀ ਕ੍ਰਿਤ ਛੋਰ ਦੀਨ ਨੀਕੇ ਨਾ ਵਿਚਾਰਿਆ। ਇੰਨੀ ਵਧੀਆ ਨੌਕਰੀ ਸੀ ਮੋਦੀ ਦੀ, ਉਹ ਤੁਸੀਂ ਕਿਰਤ ਛੱਡ ਦਿੱਤੀ। ਭੋਰਾ ਵੀ ਚੰਗਾ ਨਹੀਂ ਵਿਚਾਰਿਆ ਇਹ ਗੱਲ ਮਨ ਵਿੱਚ। ਮਾਤ ਪਿਤਾ ਲਾਜ ਤਜ ਦੇਹ ਆਸ ਭੇਖ ਸਾਜ। ਫਿਰ ਮਾਂ ਪਿਓ ਦੀ ਲਾਜ ਛੱਡ ਦਿੱਤੀ ਹੈ ਤੇ ਆ ਦੇਹ ਉੱਤੇ ਇਹੋ ਜਿਹਾ ਭੇਖ ਸਜਾ ਲਿਆ, ਖਫਣੀ ਚੋਲਾ ਪਾ ਲਿਆ। ਕਠਨ ਜੰਗਲ ਥਾਨ ਭਏ ਹਿਤਕਾਰਿਆ ਤੇ ਆ ਬੜੇ ਕਠਨ ਜੇ ਥਾਂ ਜੰਗਲ ਦੇ ਵਿੱਚ ਆ ਕੇ ਬੜਾ ਹਿੱਤ ਨਾਲ ਤੁਸੀਂ ਬੈਠ ਗਏ ਹੋ। ਦੋਹਰਾ ਸੁਣ ਪੰਡਤ ਕੇ ਬੈਨ ਏਵ ਸ੍ਰੀ ਨਾਨਕ ਜਗ ਕੰਤ। ਤੋ ਸ਼ਾਮਾ ਪੰਡਤ ਕਹਿੰਦਾ ਤੇ ਮੂਲ ਚੰਦ ਗੁਰੂ ਸਾਹਿਬ ਦਾ ਸਹੁਰਾ ਇਸ ਤਰ੍ਹਾਂ ਪੰਡਤ ਹੋਰ ਵਿਚਾਰਾਂ ਕਰਨ ਲੱਗਿਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਲਿਖਿਆ ਵੀ ਉਹ ਪੰਡਤ ਨੇ ਆ ਕੇ ਆਪਦੇ ਜਾਣੇ ਬੜੀ ਗਿਆਨ ਚਰਚਾ ਕੀਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਪੰਡਤ ਕੇ ਬੈਨ ਏਵ ਸ੍ਰੀ ਨਾਨਕ ਜਗ ਕੰਤ। ਜਗਤ ਪਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪੰਡਤ ਦੇ ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਉਚਰਿਓ ਸ਼ਬਦ ਬਸੰਤ ਮੈਂ ਹੁਤੀ ਜੋ ਰੁੱਤ ਬਸੰਤ। ਉਸ ਸਮੇਂ ਬਸੰਤ ਰੁੱਤ ਸੀ ਤੇ ਮਹਾਰਾਜ ਨੇ ਫਿਰ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਜਿਹੜਾ ਹੈ ਉਹ ਉਚਾਰਨ ਕੀਤਾ ਹੈ। ਬਸੰਤ ਹਿੰਡੋਲ ਮਹੱਲਾ ਪਹਿਲਾ। ਇੱਥੇ ਸੰਤ ਰੇਣ ਜੀ ਨੇ ਲਿਖਿਆ ਰਾਗ ਬਸੰਤ ਮਹੱਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦਾ ਮੁੱਖ ਸਿਰਲੇਖ ਹੈ ਬਸੰਤ ਹਿੰਡੋਲ। ਇਹ ਹਿੰਡੋਲ ਵੀ ਇੱਕ ਰਾਗ ਹੈ, ਆਮ ਤੌਰ ਤੇ ਬਹੁਤ ਵਾਰੀ ਹੁੰਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਰਾਗ ਆ ਜੀ, ਉਹ ਆਮ ਬੰਦਾ ਕਹਿੰਦਾ 31 ਰਾਗ ਨੇ, ਪਰ ਮਿਸ਼ਰਤ ਰਾਗ ਵੀ ਹੈਗੇ ਨੇ ਵਿੱਚ। ਇਸ ਕਰਕੇ ਜਿਵੇਂ ਬਸੰਤ ਤੇ ਹਿੰਡੋਲ ਇਹ ਵੱਖਰੇ ਵੱਖਰੇ ਰਾਗ ਹੈ। ਇਹ ਜਿਹੜਾ ਸ਼ਬਦ ਹੈ ਇਹ ਦੋਨਾਂ ਰਾਗਾਂ ਦਾ ਮਿਸ਼ਰਤ ਹੈ ਬਸੰਤ ਰਾਗ ਦੇ ਵਿੱਚ ਹੀ, ਪਰ ਹਿੰਡੋਲ ਰਾਗ ਨਾਲ ਜਿਹੜਾ ਹੈ ਉਹ ਲਾ ਕੇ ਉਚਾਰਿਆ ਹੈ। ਪਹਿਲਾ ਮਹੱਲਾ ਪਹਿਲਾ ਦਾ ਅਰਥ ਹੈ ਕਿ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਸ਼ਬਦ ਹੈ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ। ਗੁਰੂ ਮਹਾਰਾਜ ਕਹਿੰਦੇ ਹੈ ਪੰਡਤਾ ਜਿਹੜਾ ਸਰੀਰ ਰੂਪੀ ਨਗਰ ਹੈ ਨਾ ਇਹ ਕੱਚਾ ਨਾਸ਼ਵੰਤ ਹੈ ਨਗਰੀ, ਤੇ ਜਿਹੜਾ ਇਹਦਾ ਰਾਜਾ ਹੈ ਰਾਜਾ ਬਾਲਕ ਨਗਰੀ ਕਾਚੀ, ਉਹ ਮਨ ਰੂਪੀ ਬਾਲਕ, ਇਹ ਮਨ ਰੂਪੀ ਰਾਜਾ ਬਾਲਕ ਹੈ, ਬੱਚੇ ਦੀ ਨਿਆਈ ਹੈ। ਜਦੋਂ ਉਹਨੇ ਕਿਹਾ ਤੁਸੀਂ ਬੱਚਿਆਂ ਵਾਲੀ ਗੱਲ ਕਰਤੀ, ਮਹਾਰਾਜ ਕਹਿੰਦੇ ਬੱਚਿਆਂ ਵਾਲੀ ਤਾਂ ਤੂੰ ਕਰਦਾ ਹੈ, ਆ ਸਰੀਰ ਦੀਆਂ ਗੱਲਾਂ ਸੋਚੀ ਜਾਂਦਾ। ਇਹ ਨਗਰੀ ਕੱਚੀ ਹੈ, ਨਾਸ਼ਵੰਤ ਹੈ। ਇਹ ਨਗਰੀ ਦਾ ਰਾਜਾ ਮਨ, ਜਿਹੜਾ ਬਾਲਕਾਂ ਵਾਂਗੂ ਅਣਜਾਣ ਹੈ। ਦੁਸ਼ਟਾਂ ਨਾਲ ਪਿਆਰੋ, ਤੇ ਦੁਸ਼ਟਾਂ ਦੇ ਨਾਲ ਇਹਦਾ ਪਿਆਰ ਲੱਗਿਆ ਹੋਇਆ, ਪਿਆਰ ਪਿਆ ਹੋਇਆ ਹੈ। ਇਸ ਕਰਕੇ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਇਤਿਆਦਿਕ ਦੁਸ਼ਟ ਹੈ, ਇਹ ਮਨ ਦਾ ਉਹਨਾਂ ਨਾਲ ਪ੍ਰੇਮ ਹੈ।
ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰੋ ਵਿਚਾਰੋ। ਦੋਏ ਮਾਈ ਦੋਏ ਬਾਪਾ ਪੜੀਐ, ਇਹ ਫਿਰ ਮਨ ਜਿਹੜਾ ਹੈ ਨੇ ਇਹਦੀਆਂ ਦੋ ਮਾਵਾਂ ਹੈ ਤੇ ਦੋ ਹੀ ਪਿਓ ਹੈ। ਇਸ ਕਰਕੇ ਪੜ੍ਹੀ ਹੈ ਭਾਵੇਂ ਪੜ੍ਹੇ ਜਾਂਦੇ ਆ, ਦੱਸੇ ਜਾਂਦੇ ਆ, ਕਹੇ ਜਾਂਦੇ ਨੇ। ਕਿਵੇਂ ਹੈ? ਇੱਕ ਤਾਂ ਸ਼ੁੱਧ ਮਨ ਹੈ, ਸ਼ੁੱਧ ਮਨ ਦੀ ਮਾਇਆ ਜਿਹੜੀ ਮਾਂ ਹੈ ਉਹ ਗੁਰਮੁਖੋ ਮਾਇਆ ਹੈ। ਇੱਕ ਸ਼ੁੱਧ ਮਨ ਹੈ ਮਲੀਨ, ਉਹਦੀ ਮਨ ਦੀ ਮਾਂ ਜਿਹੜੀ ਆ ਉਹ ਹੈ ਅਵਿਦਿਆ। ਇਸ ਤਰ੍ਹਾਂ ਹੀ ਜਿਹੜਾ ਹੈ ਸ਼ੁੱਧ ਮਨ ਹੈ ਉਹਦਾ ਪਿਤਾ ਹੈ ਈਸ਼ਰ, ਤੇ ਫਿਰ ਗੁਰਮੁਖੋ ਅਸ਼ੁੱਧ ਮਨ ਹੈ, ਅਸ਼ੁੱਧ ਮਨ ਦਾ ਪਿਤਾ ਬਣ ਗਿਆ ਜੀਵਾਤਮਾ। ਦੋਏ ਮਾਈ ਦੋਏ ਬਾਪਾ ਪੜੀ ਹੈ ਪੰਡਤ ਪੰਡਤ ਕਰੋ ਵਿਚਾਰੋ। ਹੇ ਪੰਡਤ ਸਾਮੇ, ਇਹ ਜਿਹੜਾ ਮਨ ਹੈ ਨਾ ਇਹਦੇ ਦੋ ਮਾਂ ਤੇ ਦੋ ਬਾਪ, ਇਸ ਕਰਕੇ ਇਹਨੂੰ ਦੋਗਲ ਮਨ ਕਿਹਾ। ਇਹਨੂੰ ਸੁਧਾਰਨ ਦਾ ਤੂੰ ਵਿਚਾਰ ਕਰ ਵੀ ਇਹਨੂੰ ਕਿਵੇਂ ਸੁਧਾਰਨਾ ਹੈ। ਪੰਡਤ ਪੰਡਤ ਕਰੋ ਵਿਚਾਰੋ। ਇਹ ਦ્વੈਤ ਹੀ ਇਹਦੀ ਜਿਹੜੇ ਹੈ ਦੋਏ, ਫਿਰ ਦੋਏ ਦ્વੈਤ ਇਹਦੀ ਮਾਂ ਹੈ। ਦੋਏ ਦਾ ਭਾਵ ਦ્વੈਤ ਵੀ ਕਰ ਲਿਆ, ਦ્વੈਤ ਹੀ ਇਹਦਾ ਪਿਤਾ ਕਹੀਦਾ ਪੜੀਦਾ ਹੈ। ਇਹਨੂੰ ਰੋਕਣ ਦਾ ਵਿਚਾਰ ਕਰ। ਫਿਰ ਗੁਰਮੁਖੋ ਇਸ ਤਰ੍ਹਾਂ ਵੀ ਆਸਾ ਔਰ ਤ੍ਰਿਸ਼ਨਾ, ਇਹ ਭਾਈ ਮਨ ਦੀਆਂ ਮਾਵਾਂ ਨੇ। ਰਾਗ ਤੇ ਦ્વੈਸ਼ ਇਹ ਮਨ ਦੇ ਬਾਪ ਹੈ। ਫਿਰ ਪ੍ਰਵਿਰਤੀ ਨਿਰਵਿਰਤੀ ਵੀ ਮਾਵਾਂ ਲਿਖਿਆ। ਦੇਹ ਅਧਿਆਸ ਤੇ ਸੁੱਧ ਹੰਕਾਰ ਰੂਪੀ ਇਹਦੇ ਬਾਪ। ਕਹਿਣ ਦਾ ਭਾਵ ਹੈ ਕਿ ਇਸ ਮਨ ਨੂੰ ਕਿਵੇਂ ਰੋਕਣਾ ਹੈ, ਮਨ ਨੂੰ ਜਿਹੜਾ ਹੈ ਸੁਧਾਰਨਾ ਹੈ। ਪੰਡਤ ਕਰੋ ਵਿਚਾਰੋ। ਸੁਆਮੀ ਪੰਡਤਾ ਤੁਮ ਦੇਹੋ ਮਤੀ। ਸੁਆਮੀ ਪੰਡਤਾ ਹੈ, ਜਗਤ ਦੇ ਸੁਆਮੀ ਬਣੇ ਹੋਏ ਪੰਡਤ। ਤੁਮ ਦੇਹੋ ਮਤੀ, ਤੁਸੀਂ ਮੈਨੂੰ ਮੱਤ ਦੇ ਰਹੇ ਹੋ। ਜੇ ਮੱਤ ਦੇਣੀ ਹੋਈ ਹੈ ਤਾਂ ਫਿਰ ਮੈਨੂੰ ਇਹ ਦੱਸ, ਇਹ ਮੱਤ ਦੇ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਓ। ਫਿਰ ਇਹ ਦੱਸ ਕਿ ਕਿਸ ਤਰੀਕੇ ਨਾਲ ਉਹ ਪ੍ਰਾਣਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋਵੇ, ਉਹਨੂੰ ਪਾਵਾਂ। ਇਹ ਤੇਰੇ ਕੋਲੇ ਮੱਤ ਹੁਣ ਇਹ ਤਾਂ ਹੈ ਨਹੀਂ ਸੀ। ਇਸ ਕਰਕੇ ਪੰਡਤ ਹੈਰਾਨ ਜਾ ਹੋਇਆ, ਕਹਿੰਦਾ ਮਹਾਰਾਜ ਵੀ ਤੁਸੀਂ ਦੱਸ ਦਿਓ। ਗੁਰੂ ਸਾਹਿਬ ਜੀ ਦੱਸਦੇ ਨੇ ਰਹਾਓ ਦੀ ਇਹ ਪੰਗਤੀ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਕਿ ਤੂੰ ਤਾਂ ਸਰੀਰ ਤਾਂ ਖੜਾ ਹੈ, ਜੇ ਪ੍ਰਮਾਤਮਾ ਦੀ ਪ੍ਰਾਪਤੀ ਦੀ ਕੋਈ ਗੱਲ ਹੈ ਉਹ ਦੱਸ। ਅੱਗੇ ਫਿਰ ਮਹਾਰਾਜ ਦੱਸਦੇ ਹਨ, ਭੀਤਰ ਆਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਮਹਾਰਾਜ ਕਹਿੰਦੇ ਹੈ ਸ਼ਾਮੇ ਪੰਡਤ ਦੇਖੋ ਅਕਾਲ ਪੁਰਖ ਪਰਮੇਸ਼ਰ ਸਾਰੇ ਸਰਵ ਕਲਾ ਸਮਰੱਥ, ਭੀਤਰ ਅਗਨ ਬਨਾਸਪਤ ਮੌਲੀ। ਉਹਦੀ ਸਮਰੱਥਾ ਦੇਖ ਕਿ ਵਾਹਿਗੁਰੂ ਨੇ ਐਸੀ ਸ਼ਕਤੀ ਸਮਰੱਥਾ ਪਾਈ ਹੈ, ਜਿੰਨੀ ਬਨਾਸਪਤੀ ਹੈ ਸਾਰੀ ਬਨਾਸਪਤੀ ਦੇ ਵਿੱਚ ਅੱਗ ਹੈ, ਫਿਰ ਵੀ ਇਹ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ। ਜਿੰਨੀ ਵੀ ਗੁਰਮੁਖੋ ਲੱਕੜ ਇਹਦੇ ਵਿੱਚ ਅਗਨੀ ਤੱਤ ਹੈ। ਤੁਸੀਂ ਇਹਦਾ ਹੁਣ ਪ੍ਰਗਟ ਕਰਦੇ ਆ। ਕੋਈ ਕਹੇ ਵੀ ਲੱਕੜ 'ਚ ਕਿੱਥੋਂ ਅੱਗ ਹੈ, ਉਹਨੂੰ ਫਿਰ ਸਿੱਧ ਕਰਨ ਵਾਸਤੇ ਦੱਸਿਆ ਜਾਊ ਕਿ ਭਾਈ ਇਹਨੂੰ ਸੀਖ ਲਾ ਕੇ ਦੇਖ ਲੈ, ਇਹਦੇ ਵਿੱਚੋਂ ਹੀ ਨਿਕਲੀ ਆਉਣੀ ਹੈ। ਫਿਰ ਮਹਾਰਾਜ ਕਹਿੰਦੇ ਭੀਤਰ ਅਗਨ ਬਨਸਪਤ ਮੌਲੀ। ਬਨਸਪਤੀ ਫਿਰ ਵੀ ਮੌਲ ਰਹੀ ਹੈ, ਪ੍ਰਫੁੱਲਤ ਹੁੰਦੀ ਹੈ। ਫਿਰ ਉਹਦਾ ਸਮਰੱਥਾ ਦੇਖ ਸਾਗਰ ਪੰਡੈ ਪਾਇਆ। ਉਹਨੇ ਸਾਰੇ ਸਮੁੰਦਰਾਂ ਨੂੰ ਹੁਕਮ ਰੂਪੀ ਪੰਡ 'ਚ ਪਾਇਆ। ਪੰਡ ਬੰਨੀ ਹੋਈ ਹੈ, ਨਹੀਂ ਤਾਂ ਇੰਨਾ ਪਾਣੀ ਹੈ ਤਾਂ ਪਾਣੀ ਦੇ ਜਿਹੜੀ ਤਹਿ ਉਹ ਧਰਤੀ ਤੋਂ ਉੱਚੀ ਹੈ, ਫਿਰ ਡੋਬਦਾ ਨਹੀਂ ਹੈ ਕਿਉਂਕਿ ਉਹਨੇ ਬੰਨਿਆ ਹੋਇਆ ਹੈ। ਇੱਥੋਂ ਤੱਕ ਤੁਸੀਂ ਦੇਖੋ ਪਾਣੀਆਂ ਦੇ ਵਿੱਚ ਵੀ ਫਰਕ ਹੈ, ਰੰਗ ਵਿੱਚ ਪਾਣੀ ਭਾਰੇ ਹੌਲੇ ਨੇ, ਆਪਸ ਵਿੱਚ ਮਿਲਦੇ ਨਹੀਂ ਹਨ। ਇਹ ਵਾਹਿਗੁਰੂ ਦੀ ਸਮਰੱਥਾ ਹੈ। ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ। ਫਿਰ ਇਹ ਸਾਹਮਣੇ ਪੰਡਤ ਦੇਖੇ ਜਿਹੜਾ ਚੰਦਰਮਾ ਸੂਰਜ ਹੈ, ਇਹ ਦੋਵੇਂ ਪਰਮੇਸ਼ਰ ਦਾ ਸੰਸਾਰ ਰੂਪੀ ਘਰ ਹੈ ਜਿੱਥੇ ਰੋਸ਼ਨੀ ਚਾਨਣ ਕਰਦੇ ਹੈ। ਐਸਾ ਗਿਆਨ ਐਸਾ ਸਮਰੱਥ ਪ੍ਰਮਾਤਮਾ, ਉਹਦਾ ਤੂੰ ਕੋਈ ਗਿਆਨ ਹੀ ਨਹੀਂ ਪਾਇਆ ਹੈ।
ਉਹ ਪ੍ਰਮਾਤਮਾ ਵਾਹਿਗੁਰੂ ਦਾ ਕੋਈ ਗਿਆਨ ਨਹੀਂ। ਰਾਮ ਰਵੰਤਾ ਜਾਣੀਐ, ਇੱਕ ਮਾਈ ਭੋਗ ਕਰੇ। ਹੇ ਪੰਡਤ, ਮਹਾਰਾਜ ਕਹਿੰਦੇ ਰਾਮ ਰਵੰਤਾ ਜਾਣੀਐ, ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਸਿਮਰਦਾ ਹੋਇਆ, ਰਾਮ ਰਵੰਤਾ ਉਹੀ ਪ੍ਰਾਣੀ ਜਾਣਿਆ ਜਾਂਦਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਾਮ ਰਵੰਤਾ, ਰਾਮ ਨੂੰ ਰਵੰਤਾ ਕਰਦਾ। ਭਾਵ ਜੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦਾ ਹੈ ਨਾ, ਜਾਣੀ ਉਸੇ ਨੂੰ ਹੀ ਅਸਲ ਵਿੱਚ ਮਨੁੱਖ ਜਾਣਿਆ ਜਾਵੇ। ਦੂਜਾ ਅਰਥ ਹੈ ਰਾਮ ਰਵੰਤਾ ਜਾਣੀ ਹੈ, ਉਹ ਰਾਮ ਸਾਰਿਆਂ ਦੇ ਵਿੱਚ ਰਮਿਆ ਹੋਇਆ ਜਾਣੀ। ਇੱਕ ਮਾਈ ਭੋਗ ਕਰੇ, ਤੇ ਇੱਕ ਮਾਈ ਕਹੀਏ ਮਾਇਆ। ਇਹ ਮਾਇਆ ਜਿਹੜੀ ਹੈ, ਇਸ ਮਾਇਆ ਦੇ ਜਿਹੜਾ ਪਤੀ ਪਰਮੇਸ਼ਰ ਹੈ, ਮਾਇਆ ਦਾ ਪਤੀ ਬ੍ਰਹਮਾਨੰਦ ਨੂੰ ਭੋਗੀ ਉਸ ਦੇ ਮਾਣੀਏ। ਇਹ ਮਾਇਆ ਜਿਹੜੀ ਇੱਕ ਮਾਈ ਭੋਗ ਕਹਿੰਦੇ ਕੀ ਹੈ, ਇਹ ਮਾਇਆ ਦੇ ਭੋਗ ਪਦਾਰਥਾਂ ਵਿੱਚ ਹੀ ਜੀਵਨ ਲੱਗਿਆ ਹੋਇਆ। ਇੱਕ ਉਹ ਨੇ, ਇੱਕ ਉਸ ਪ੍ਰਮਾਤਮਾ ਦਾ ਨਾਮ ਜਪਦੇ ਆ। ਮੁੱਖ ਅਰਥ ਇਹਦੇ ਇਹੀ ਇੱਕ ਮਾਈ ਭੋਗ ਕਰੇ। ਇਸ ਤਰ੍ਹਾਂ ਭਾਈ ਮਾਇਆ ਦਾ ਜਿਹੜਾ ਪਤੀ ਪਰਮੇਸ਼ਰ ਹੈ, ਉਹਦੇ ਬ੍ਰਹਮਾਨੰਦ ਨੂੰ ਮਾਣੀਏ। ਤੇ ਇਉਂ ਜਾਂ ਇੱਕ ਮਾਈ ਭੋਗ ਕਰੇ, ਮਾਇਆ ਦਾ ਭੋਗ ਪਾਉਣਾ ਕਰੀਏ, ਮਾਇਆ ਵਾਲੀ ਬਿਰਤੀ ਨੂੰ ਦੂਰ ਕਰ ਦਈਏ। ਤਾਂ ਕਿ ਲਖਣ ਜਾਣੀ ਹੈ, ਖੇਮਾ ਧਨ ਸੰਗ੍ਰਹਿ। ਉਸ ਪਰਮੇਸ਼ਰ ਦੇ ਵਾਹਿਗੁਰੂ ਦੇ ਕਿਰਪਾ ਦੇ ਨਾਲ ਜਿਹੜਾ ਨਾਮ ਜਪਦਾ ਐਸਾ ਮਨੁੱਖ, ਉਹਦੇ ਮਹਾਰਾਜ ਕਹਿੰਦੇ ਤਾਂ ਕਿ ਲਖਣ ਜਾਣੀ ਹੈ, ਉਹਦੇ ਇਸ ਤਰ੍ਹਾਂ ਦੇ ਲੱਛਣ ਜਾਣੀਦੇ ਆ। ਉਹਨੂੰ ਕਿਹਾ ਜਾਂਦਾ ਵੀ ਇਹ ਮਨੁੱਖ ਹੈ। ਖੇਮਾ ਧਨ ਸੰਗ੍ਰਹਿ, ਜਿਹੜਾ ਭਾਈ ਖੇਮਾ ਰੂਪੀ ਧਨ ਨੂੰ ਇਕੱਠਾ ਕਰਦਾ ਹੈ। ਕਹਿਆ ਸੁਣਿਐ ਨਾ ਖਾਇਆ ਮਨ ਹੈ, ਤਿਨਾ ਹੀ ਸੇਤੀ ਵਾਸਾ। ਤੇ ਮਹਾਰਾਜ ਕਹਿੰਦੇ ਆ ਜਿਹੜਾ ਸੰਬੰਧੀਆਂ ਦਾ ਮੋਹ ਹੈ, ਇਹ ਜੋ ਮੋਹ ਕਰਦਾ, ਕਹਿਆ ਸੁਣਿਐ ਨਾ ਖਾਇਆ ਮਨ ਹੈ, ਤੇ ਜਦੋਂ ਬਿਰਧ ਹੋ ਗਿਆ ਨਾ, ਜਿਹਦਾ ਮੋਹ ਕਰਦਾ ਸੀ, ਫਿਰ ਬਾਜਾਂ ਮਾਰੀ ਚੱਲੀ। ਉਹਨਾਂ ਨੇ ਕੋਲੇ ਖੇਡਦਿਆਂ ਨੇ ਵੀ ਤੇਰੀ ਗੱਲ ਨਹੀਂ ਸੁਣਨੀ ਹੈ, ਉਹੀ ਧਿਆਨ ਹੀ ਨਹੀਂ ਦੇਣਾ ਕੌਣ ਹੈ, ਤੇ ਆਵਾਜ਼ ਮਾਰੀ ਚੱਲੀ। ਦੂਜੇ ਉਹ ਕਹਿੰਦੇ ਵੀ ਤੈਨੂੰ ਰੋਟੀ ਮਿਲੇ, ਚੁੱਪ ਨਹੀਂ ਕਰਨ ਦਾ, ਤੇ ਚਾਹ ਅਸੀਂ ਹੋਰ ਵੀ ਕੰਮ ਕਰਨੇ ਆ, ਇਸ ਕਰਕੇ ਤੇਰਾ ਕਿਹਾ ਹੋਇਆ ਹੁਣ ਸੁਣਦੇ ਨਹੀਂ। ਖਾਇਆ ਮਨ ਹੈ, ਤੇ ਨਾ ਉਹ ਖਾਦਾ ਪਦਾਰਥ ਹੀ ਮੰਨਦੇ ਆ ਕਿ ਕਿੰਨੇ ਹੁਣ ਤੱਕ ਤੂੰ ਖਵਾਤੇ। ਉਹ ਕਹਿੰਦੇ ਲੈ ਤਾਂ ਕੀ ਹੋ ਗਿਆ, ਅਸੀਂ ਵੀ ਖਵਾਉਨੇ ਆ। ਤਿਨਾ ਹੀ ਸੇਤੀ ਵਾਸਾ, ਤੇ ਤੂੰ ਉਹਨਾਂ ਦੇ ਛੇਤੀ ਦਾ ਭਾਵ ਹੈ ਨਾਲ, ਪਰ ਤੂੰ ਖਹਿੜਾ ਨਹੀਂ ਛੱਡਦਾ। ਮਹਾਰਾਜ ਕਹਿੰਦੇ ਉਹਨਾਂ ਨਾਲ ਹੀ ਵਾਸਾ ਰੱਖਦਾ ਹੈ ਸੁਰਤ ਕਰਕੇ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਗੁਰੂ ਪਾਤਸ਼ਾਹ ਮਹਾਰਾਜ ਪ੍ਰਣਵਤ ਨਾਨਕ ਬੇਨਤੀ ਸਹਿਤ ਬਚਨ ਕਰ ਰਹੇ ਹੈ। ਦਾਸਨ ਦਾਸਾ ਵੀ ਅਸੀਂ ਤਾਂ ਉਹਦੇ ਦਾਸਾਂ ਦੇ ਦਾਸ ਹਾਂ, ਸੇਵਕਾਂ ਦਾ ਸੇਵਕ ਬਣਨਾ ਹੈ। ਤੂੰ ਭਾਈ ਆਪਣੇ ਕੁਟੰਬ ਦੇ ਸੰਬੰਧੀਆਂ ਦਾ ਦਾਸਾਂ ਦਾ ਦਾਸ ਬਣਿਆ ਹੋਇਆ। ਖਿਨ ਤੋਲਾ ਖਿਨ ਮਾਸਾ, ਜਿਹੜੇ ਇੱਕ ਖਿਨ ਵਿੱਚ ਹੀ ਜੇ ਤਾਂ ਪਦਾਰਥ ਮਿਲ ਗਏ ਫਿਰ ਤਾਂ ਤੋਲੇ ਵਾਂਗੂ ਬੜੇ ਖੁਸ਼ ਹੋ ਜਾਂਦੇ ਆ, ਤੇ ਖਿਨ ਦੇ ਵਿੱਚ ਹੀ ਨਾ ਕੁਛ ਮਿਲੇ ਤਾਂ ਮਾਸੇ ਵਾਂਗੂ ਕਹਿੰਦੇ ਮੋਹ ਜਿਹਾ ਛੱਡ ਕੇ ਤੇਰਾ ਫਿਰ ਬੜਾ ਦੁਖੀ ਜੇ ਹੋ ਜਾਂਦੇ ਹਨ। ਇਸ ਕਰਕੇ ਭਾਈ ਉਸ ਪ੍ਰਮਾਤਮਾ ਦਾ ਦਾਸ ਬਣ। ਇਹ ਮਾਇਆ ਦੇ ਇਹਨਾਂ ਪਦਾਰਥਾਂ ਦੇ ਸੇਵਕਾਂ ਦਾ ਸੇਵਕ ਬਣ ਕੇ ਕੀ ਲੈਣਾ। ਜਿਹੜੇ ਮਾਇਆ ਧਾਰੀ ਹੈ ਉਹਨਾਂ ਦਾ ਸੇਵਕ ਬਣਨ ਦੇ ਨਾਲ ਕੁਛ ਨਹੀਂ ਹੋਣਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਭਾਈ ਕਿਰਪਾ ਕੀਤੀ, ਬਚਨ ਕਹੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ, ਤੇ ਗਰੀਬ ਨਵਾਜ ਮਹਾਰਾਜ ਜੀ ਕਿਰਪਾ ਕਰਦੇ ਆ। ਇਹ ਭਾਈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਹੈ ਉਸ ਪੰਡਤ ਨੂੰ, ਜਿਹਦਾ ਨਾਮ ਸ਼ਾਮਾ ਹੈ, ਜੋ ਮੂਲ ਚੰਦ ਚੌਣਾ ਜੀ ਦੇ ਨਾਲ ਆਇਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ ਦੋਹਰਾ। ਅੱਗੇ ਸੰਤ ਰੇਣ ਜੀ ਵਚਨ ਕਰਦੇ ਹਨ, ਸੁਨ ਪੰਡਤ ਕਰ ਬੰਦ ਕੈ ਨਮਸਕਾਰ ਭਗ ਕੀਨ। ਇਹ ਸੁਣ ਕੇ ਪੰਡਤ ਨੇ ਹੱਥ ਬੰਨੇ ਹਨ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ।
ਮਹਾਂਪੁਰਖ ਜਾਣਿਓ ਹਿਰਦੈ ਇਨ ਸਮ ਕੋ ਨਾ ਪ੍ਰਬੀਨ। ਉਹਨੇ ਹਿਰਦੇ ਵਿੱਚ ਜਾਣ ਲਿਆ ਵੀ ਇਹ ਬਹੁਤ ਵੱਡਾ ਮਹਾਂਪੁਰਖ ਹੈ, ਇਹਦੇ ਵਰਗਾ ਕੋਈ ਹੋਰ ਸਿਆਣਾ ਚਤੁਰ ਨਹੀਂ ਹੈ। ਸੋਰਠਾ ਦੇਖ ਦੀਨਤਾ ਦਿਆਲ ਦਇਆ ਦ੍ਰਿਸ਼ਟ ਦਿਜ ਭਰ ਕਰੀ। ਦੇਖ ਦੀਨਤਾ ਦਿਆਲ, ਦਿਆਲੂ ਸਤਿਗੁਰੂ ਜੀ ਨੇ ਦਿਆਲਤਾ ਦੀ ਨਜ਼ਰ ਨਾਲ ਵੇਖ ਕੇ, ਉਹਦੀ ਦੀਨਤਾ, ਉਹਦੀ ਨਿਮਰਤਾ ਵੇਖ ਕੇ ਦਇਆ ਦ੍ਰਿਸ਼ਟ, ਦਇਆ ਦੀ ਦ੍ਰਿਸ਼ਟੀ ਦਿਜ ਪਰ ਪੰਡਤ ਤੇ ਕੀਤੀ ਹੈ। ਜਗ ਕੇ ਬੰਦ ਬੇਸਾਲ ਛੁਟਕ ਗਏ ਤਤਕਾਲ ਤਹਿ। ਤਾਂ ਉਹਦੇ ਜਗ ਕੇ ਬੰਦ, ਜਿਹੜੇ ਸੰਸਾਰ ਦੇ ਬੰਧਨ ਸਨ ਨਾ ਭਾਈ ਵਿਸਾਲ ਕਹੀਏ, ਬਹੁਤ ਹੀ ਉਹ ਉਸੇ ਸਮੇਂ ਤਤਕਾਲ ਹੀ ਛੁੱਟ ਗਏ ਹਨ, ਦੂਰ ਹੋ ਗਏ। ਦੋਹਰਾ ਮੂਲ ਚੰਦ ਦੀਵਾਨ ਕੋ ਪੰਡਤ ਕਹਿਓ ਸੁਨਾਏ। ਤਾਂ ਮੂਲ ਚੰਦ ਜੀ ਨੂੰ ਫਿਰ ਪੰਡਤ ਨੇ ਇਸ ਤਰ੍ਹਾਂ ਕਿਹਾ, ਇਨਕੇ ਗਾਇਲ ਨਾ ਪਰੋ ਕਰੈ ਸੋ ਭਲਾ ਮਨਾਏ। ਗਾਇਲ ਕਹਿੰਦੇ ਖੜੇ ਵੀ ਇਹਨਾਂ ਦੇ ਤੁਸੀਂ ਐਵੇਂ ਖੜੇ ਨਾ ਪਵੋ, ਇਹ ਜੋ ਕਰਦੇ ਹਨ ਨਾ ਉਹਦੇ ਵਿੱਚ ਤੁਸੀਂ ਭਲਾ ਮਨਾਵੋ। ਇਤਨੇ ਮੈਂ ਕਾਲੂ ਪਿਤਾ ਮਾਤਾ ਤ੍ਰਿਪਤਾ ਸੰਗ। ਇੰਨੇ ਨੂੰ ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਸਮੇਤ, ਚਾਚਾ ਲਾਲੂ ਆਤ ਭਾ ਬਚਨ ਕਰੈ ਗੁਰ ਸੰਗ। ਚਾਚਾ ਲਾਲੂ ਜੀ ਸਾਰੇ ਆ ਗਏ। ਹੁਣ ਉਹ ਗੁਰੂ ਪਾਤਸ਼ਾਹ ਨਾਲ ਬਚਨ ਕਰਦੇ, ਉਹ ਕਹਿੰਦੇ ਅਸੀਂ ਸਮਝਾਉਂਦੇ ਹਾਂ। ਚੌਪਈ ਮਾਤਾ ਦੇਖ ਬਹੁਤ ਅਕੁਲਾਈ। ਮਾਤਾ ਦੇਖ ਕੇ ਬਹੁਤ ਦੁਖੀ ਵਿਆਕੁਲ ਹੋਈ। ਸੁਤ ਕੋ ਸਾਧ ਭੇਖ ਦਿਖਲਾਈ। ਜਦੋਂ ਪੁੱਤਰ ਨੂੰ ਸਾਧੂ ਦੇ ਭੇਸ ਵਿੱਚ ਦੇਖਿਆ ਹੈ, ਦੁਖਤ ਹਿਰਦਾ ਕਛ ਕਹਿ ਨਾ ਸਕਾਵੇ। ਬਹੁਤ ਹਿਰਦਾ ਦੁਖੀ ਹੋਇਆ ਪਰ ਕੁਝ ਕਹਿ ਨਹੀਂ ਸਕਦੀ। ਪਿਤਾ ਸੋ ਦੇਖ ਬਹੁਤ ਦੁੱਖ ਪਾਵੇ। ਪਿਤਾ ਬਾਬਾ ਕਾਲੂ ਜੀ ਦੇਖ ਕੇ ਬੜਾ ਦੁੱਖ ਜਿਹਾ ਪਾਉਂਦੇ ਹਨ। ਕਹੇ ਲਾਲੂ ਹੈ ਨਾਨਕ ਪਿਆਰੇ। ਤੇ ਬਾਬਾ ਲਾਲੂ ਜੀ ਇਹ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਾਚਾ ਸਨ। ਬਾਬਾ ਲਾਲੂ ਜਿਹੜੇ ਉਹ ਕਹਿੰਦੇ ਵੀ ਅਸੀਂ ਸਮਝਾਉਨੇ ਆ, ਕੋਈ ਨਹੀਂ ਗੱਲ ਕਰਦੇ ਆ, ਤੁਸੀਂ ਜਿਹੜਾ ਹੈ ਬਹੁਤੇ ਦੁਖੀ ਨਾ ਹੋਵੋ। ਇਹ ਮੈਂ ਸਾਰੀ ਗੱਲ ਕੋਈ ਗੱਲ ਨਹੀਂ ਕਰ ਲੈਣਾ ਹਾਂ। ਇਸ ਤਰ੍ਹਾਂ ਹੁਣ ਉਹ ਅੱਗੇ ਹੋ ਕੇ ਕਹਿਣ ਲੱਗੇ, ਬਾਬਾ ਲਾਲੂ ਜੀ ਬੜੇ ਪ੍ਰੇਮ ਨਾਲ ਕਿ ਹੇ ਪੁੱਤਰ ਨਾਨਕ ਪਿਆਰੇ, ਵੇਖ ਫਕੀਰਨ ਕਸ ਤੁਮ ਧਾਰੇ। ਆ ਫਕੀਰਾਂ ਵਾਲਾ ਭੇਸ ਜਾ ਕਿਉਂ ਧਾਰ ਲਿਆ ਤੂੰ। ਜੇ ਨਵਾਬ ਕੀ ਕਰੋ ਨਕਾਰਾ। ਹਾਂ, ਜੇ ਤੇਰਾ ਮਨ ਹੁਣ ਨਵਾਬ ਦੀ ਨੌਕਰੀ ਕਰਨ ਦਾ ਨਹੀਂ ਹੈ, ਚੱਲੋ ਆਪਣੇ ਸਦਨ ਮਝਾਰਾ। ਤਾਂ ਚੱਲੋ ਫਿਰ ਆਪਣੇ ਘਰ ਵਿੱਚ ਤਲਵੰਡੀ ਚੱਲ ਪਓ। ਉੱਥੇ ਚੱਲ ਕੇ ਕੁੰਡਲੀਆ ਛੰਦ ਨਿਜ ਖੇਤੀ ਕਰਵਾਈਏ। ਉੱਥੇ ਤੁਸੀਂ ਆਪਣੀ ਜ਼ਮੀਨ ਖੇਤੀ ਕਰਵਾਓ। ਕਾਮੇ ਦਿਓ ਰਖਾਏ। ਤੁਹਾਨੂੰ ਅਸੀਂ ਕਾਮੇ ਰਖਾ ਦਿਆਂਗੇ, ਆਪ ਵੀ ਕੁਛ ਕਰਨ ਦੀ ਲੋੜ ਨਹੀਂ। ਗ੍ਰਾਮ ਨਿਆਰੋ ਰਚ ਭਲੇ। ਹਾਂ, ਜੇ ਪਿੰਡ 'ਚ ਨਹੀਂ ਰਹਿਣਾ, ਕੋਈ ਵੱਖਰਾ ਘਰ ਨਗਰ ਬਣਾ ਲਓ, ਵੱਖਰਾ ਹੀ ਘਰ ਪਾਸੇ ਬਣਾ ਕੇ ਖੇਤਾਂ 'ਚ ਘਰ ਪਾ ਕੇ ਉੱਥੇ ਹੀ ਬਸਿਓ ਹੁਕਮ ਕਰਾਏ। ਉੱਥੇ ਤੁਸੀਂ ਬਸਿਓ ਤੇ ਹੁਕਮ ਕਰਾਇਓ, ਜੋ ਮਰਜੀ ਹੁਕਮ ਕਹੀ ਚੱਲਿਓ। ਬਸਿਓ ਹੁਕਮ ਕਰਾਏ ਤੇ ਉੱਥੇ ਇਸ ਤਰ੍ਹਾਂ ਹੁਕਮ ਚਲਾਉਣੇ ਆਪਣੇ। ਬਸਿਓ ਸਦਨ ਨਿਜ ਰਹੋ ਦੁੱਖ ਕਦਨਾ। ਆਪਣੇ ਘਰ ਵਿੱਚ ਹੈ ਦੁੱਖਾਂ ਦਾ ਨਾਸ਼ ਕਰਨ ਵਾਲੇ ਪੁੱਤਰ ਜੀ ਤੁਸੀਂ ਰਹੋ। ਮਾਤਾ ਬਿਰਹਿ ਅਧੀਨ ਹੋਤ। ਦੇਖ ਜਿਹੜੀ ਮਾਤਾ ਹੈ ਉਹ ਤਾਂ ਬਹੁਤ ਵਿਛੋੜੇ ਬਿਰਹਿ ਦੁੱਖ ਵਿੱਚ ਹੋਈ ਹੈ। ਨਹਿ ਪੇਖਤ ਬਦਨਾ। ਤੇਰਾ ਮੁਖ ਨਹੀਂ ਵੇਖ ਸਕਦੀ ਹੈ ਕਿਉਂਕਿ ਦੂਰ ਰਹਿੰਦੀ ਹੈ। ਸੁਨ ਚਾਚਾ ਕੇ ਬਚਨ ਕੋ।
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਾਚੇ ਲਾਲੂ ਦੇ ਬਚਨ ਸੁਣ ਕੇ ਦੀਨਾਨਾਥ ਸੁਭਾਏ। ਗਰੀਬਾਂ ਦੇ ਮਾਲਕ ਸਤਿਗੁਰੂ ਜੀ ਨੇ ਫਿਰ ਸਹਿਜ ਸੁਭਾਹੀ। ਸ੍ਰੀ ਮੁਖ ਖੇਤੀ ਵਿਦ ਕਹੀ। ਮਹਾਰਾਜ ਕਹਿੰਦੇ ਵੀ ਅਸਲ ਜਿਹੜੀ ਅੰਤਰੀਵ ਜੀਵਨ ਦੀ ਖੇਤੀ ਹੈ ਉਹਦੀ ਵਿਧੀ ਦੱਸੀ। ਸੋਰਠ ਰਾਗ ਉਠਾਏ। ਜੋ ਭਾਈ ਸੋਰਠ ਰਾਗ ਉਠਾਏ ਭਾਵ ਸੋਰਠ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਫਿਰ ਬਚਨ ਕਹੇ ਤੇ ਇਹਦੀ ਉਥਾਨ ਕਹੇ ਵੀ ਹੈ ਵੀ ਜਦੋਂ ਸਤਿਗੁਰੂ ਜੀ ਦੇਸ਼ਾਂ ਦਸਾਂਤਰਾਂ ਨੂੰ ਤਾਰਦੇ ਸੀ ਤੇ 12 ਸਾਲਾਂ ਬਾਅਦ ਆਪਣੇ ਨਗਰ ਗਏ। ਭਾਈ ਬਾਲਾ ਜੀ ਦੇ ਪਿਤਾ ਜੀ ਚੰਦਰਭਾਨ ਉਹਨਾਂ ਦੇ ਖੂਹ ਤੇ ਬੈਠ ਗਏ ਮਹਾਰਾਜ ਤੇ ਭਾਈ ਮਰਦਾਨਾ ਘਰ ਨੂੰ ਗਿਆ। ਜਦੋਂ ਪਿੰਡ 'ਚ ਪਤਾ ਲੱਗਿਆ ਭਾਈ ਮਰਦਾਨਾ ਆਇਆ ਤਾਂ ਮਹਾਰਾਜ ਦੀ ਮਾਤਾ ਪੁੱਛਦੀ ਹੈ ਸਤਿਗੁਰੂ ਜੀ ਤੇ ਦੱਸਦਾ ਜੀ ਉਹ ਤਾਂ ਭਾਈ ਬਾਲਾ ਜੀ ਦੇ ਪਿਤਾ ਜੋ ਚੰਦਰਭਾਨ ਨੇ ਉਹਨਾਂ ਦੇ ਖੂਹ ਤੇ ਬੈਠੇ ਹਨ ਤੇ ਗੁਰਮੁਖ ਪਰਿਵਾਰ ਇੱਥੇ ਆ ਗਿਆ। ਚਾਚਾ ਲਾਲ ਚੰਦ ਜੀ ਵੀ ਆ ਗਏ ਸਾਰੇ। ਇਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ਼ਬਦ ਦੀ ਉਥਾਨ ਕਾਇ ਲਿਖੀ ਹੈ ਕਿ ਫਿਰ ਉਸ ਜਗ੍ਹਾ ਤੇ ਖੂਹ ਤੇ ਬੈਠ ਕੇ ਮਹਾਰਾਜ ਨੇ ਸ਼ਬਦ ਉਚਾਰਿਆ। ਜਦੋਂ ਉਹਨਾਂ ਨੇ ਕਿਹਾ ਵੀ ਪੁੱਤਰ ਜੀ ਕਿਉਂ ਫਕੀਰਾਂ ਦੇ ਬਾਣੇ 'ਚ ਫਿਰਦੇ ਹੋ, ਘਰੇ ਆ ਜਾਓ ਖੇਤੀਬਾੜੀ ਕਰਵਾਓ। ਫਿਰ ਬਕ-ਬਕ ਕਿਹਾ ਵੀ ਤੁਹਾਨੂੰ ਦੁਕਾਨ ਪਾ ਦਿੰਦੇ ਇੱਥੇ, ਹਾਂ ਜੇ ਤੁਸੀਂ ਵਪਾਰ ਕਰਨ ਲੱਗ ਜਾਓ ਜਾਂ ਕੋਈ ਨੌਕਰੀ ਹੋਈ ਕਰ ਲਓ। ਉਹ ਫਿਰ ਚਾਰੇ ਪਦਿਆਂ ਵਿੱਚ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ। ਤੋ ਇੱਥੇ ਸੰਤ ਰੇਣ ਜੀ ਨੇ ਪ੍ਰਸੰਗ ਉਹੀ ਹੈ ਚਾਚੇ ਲਾਲੂ ਮਾਤਾ ਪਿਤਾ ਨਾਲ ਹੋਈ ਗੱਲਬਾਤ ਤੇ ਉਹ ਭਾਈ ਸੁਲਤਾਨਪੁਰ ਦੀ ਗੱਲ ਕਹੀ ਹੈ। ਜੋ ਇਹ ਸ਼ਬਦ ਹੈ ਸੋਰਠ ਮਹੱਲਾ ਪਹਿਲਾ ਘਰ ਪਹਿਲਾ। ਸੋਰਠ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਪਹਿਲੇ ਘਰ ਸੁਰਤਾਲ ਦੇ ਵਿੱਚ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਮਹਾਰਾਜ ਕਹਿੰਦੇ ਹੈ ਪਿਤਾ ਹੈ ਚਾਚਾ ਲਾਲੂ ਜੋ ਮਨ ਹੈ ਨਾ ਮਨ ਹਾਲੀ ਇਹਨੂੰ ਉਦਮੀ ਬਣਾ ਲਵੇ। ਨਿਸ਼ਕਾਮ ਕਰਮਾਂ ਨੂੰ ਸ਼ੁੱਧ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਣ ਵਾਲਾ ਜਿਵੇਂ ਹਾਲੀ ਹਲ ਜੋੜਦਾ ਹੈ ਸਵੇਰੇ ਉੱਠ ਕੇ ਉਦਮ ਕਰਦੇ ਸੀ 2-2 ਵਜੇ 3-3 ਵਜੇ। ਇਹ ਮਨ ਨੂੰ ਹਾਲੀ ਬਣਾ ਕਰਸਾਣੀ ਕਰਨੀ ਤੇ ਸ਼ਰਧਾ ਭਗਤੀ ਰੂਪੀ ਕਰਨੀ ਹੈ ਜਿਹੜੀ ਇਹ ਕਰਸਾਣੀ ਆਪਣੀ ਖੇਤੀ ਕਰ ਲਵੇ। ਸਰਮ ਪਾਣੀ ਤਨ ਖੇਤ। ਸਰਮ ਲੱਜਿਆ ਵਿਰਾਗ ਇਤਿਆਦਿਕ ਤੇ ਸਰਮ ਦਾ ਅਰਥ ਮਿਹਨਤ ਵੀ ਹੈ। ਇਹ ਭਾਈ ਲੱਜਿਆ ਵੀ ਅਰਥ ਹੁੰਦੇ ਆ ਵਿਰਾਗ ਵੀ ਹੁੰਦੇ ਆ ਮਿਹਨਤ ਵੀ ਤਿੰਨੇ ਰੂਪਾਂ ਵਿੱਚ ਹੀ ਅਰਥ ਨੇ ਕਿ ਪਾਣੀ ਦੇਣਾ। ਤੇ ਖੇਤ ਕਿਹੜਾ ਹੈ ਤਾਂ ਸਰੀਰ ਤੇ ਜਾਂ ਦੂਜਾ ਭਾਵ ਹੈ ਬੁੱਧ ਇਹਨੂੰ ਖੇਤ ਬਣਾ ਲਵੇ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਬੀਜੀਏ ਕਿ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜੀਏ ਔਰ ਫਿਰ ਸੰਤੋਖ ਰੂਪੀ ਸੁਹਾਗਾ ਉਹ ਫੇਰ ਦਈਏ। ਇਹ ਨਾ ਹੋਵੇ ਵੀ ਪੁੰਨ ਕਰਮ ਕੀਤਾ ਤੇ ਨਾਲ ਹੀ ਕਹੇ ਵੀ ਪਹਿਲਾਂ ਫਲ ਮਿਲ ਜੇ। ਕੋਈ ਸਾਧੂ ਸੀ ਤੇ ਉਹ ਕਹਿੰਦੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਚੱਲਿਆ ਗਿਆ ਤੇ ਮਾਈ ਨੇ ਸੱਦਿਆ ਸੀ। ਉਹ ਜਦੋਂ ਲਿਆ ਕੇ ਉਹਨੂੰ ਪ੍ਰਸ਼ਾਦਾ ਫੜਾਤਾ ਤੇ ਸਾਧੂ ਛਕਣ ਲੱਗ ਗਿਆ। ਮਾਈ ਕੋਠੇ ਚੜ ਗਈ। ਹੁਣ ਉਹ ਕਹਿੰਦਾ ਮਾਈ ਹਾਕਾਂ ਮਾਰੇ ਵੀ ਮੈਨੂੰ ਪ੍ਰਸ਼ਾਦਾ ਦੁਆਰੇ ਤਾਂ ਪੁੱਛ ਲਾ। ਉੱਤੇ ਚੜ ਗਈਆਂ ਕੋਠੇ ਤੇ ਤੂੰ ਕੀ ਕਰਦੀਆਂ ਇੱਥੇ? ਕਹਿੰਦੀ ਮੈਂ ਦੇਖਦੀ ਐ ਵੀ ਜੇ ਕਿਸੇ ਨੂੰ ਪ੍ਰਸ਼ਾਦਾ ਛਕਾਈਏ ਬਵਾਨ ਆਉਂਦੇ ਨੇ। ਉਹ ਕਹਿੰਦਾ ਜੇ ਤਾਂ ਮੈਂ ਵਿੱਚ ਵਿਚਾਲੀ ਆ ਵੀ ਹੁਣੇ ਐਡੀ ਕਾਹਲੀ ਇਹ ਤਾਂ ਪ੍ਰਸ਼ਾਦਾ ਪੂਰਾ ਛਕਾਇਆ ਵੀ ਨਹੀਂ। ਅਸੀਂ ਗੁਰਮੁਖੋ ਕੋਈ ਪਾਠ ਪੂਜਾ ਕੁਛ ਕਰਦੇ ਆ ਨਾ ਪੁੰਨਦਾਨ ਤੇ ਉਹ ਬਾਅਦ ਵਿੱਚ ਹੁੰਦਾ। ਪਹਿਲਾਂ ਇਹ ਭਾਲਦੇ ਆ ਵੀ ਫਲ ਦੇ ਮਹਾਰਾਜ ਛੇਤੀ ਸਾਨੂੰ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ। ਜਿਵੇਂ ਆਪਾਂ ਬੀਜ ਕੇ ਸੁਹਾਗਾ ਫੇਰਦੇ ਆ ਉੱਤੇ ਭਾਵ ਹੈ ਕਿ ਉਹਨੂੰ ਛਪਾ ਲੈ ਇਹਨੂੰ ਦੁਨੀਆ ਨੂੰ ਨਾ ਦੱਸਦਾ। ਫਿਰ ਨਾਮ ਰੂਪੀ ਬੀਜ ਤੇ ਸੰਤੋਖ ਰੂਪੀ ਸੁਹਾਗਾ ਫੇਰ। ਸੁਹਾਗਾ ਕਿਉਂ ਫੇਰਦੇ ਆ? ਗੁਰਮੁਖੋ ਵੀ ਜਿਹੜੀ ਗੱਲ ਹੈ ਉਹ ਜਾ ਨਾ ਵੜੇ ਉਹ ਸਲਾਬ ਨਾਲ ਦਾਣਾ ਪੁੰਗਰੇ। ਇੱਥੇ ਭਾਵ ਸੁਹਾਗਾ ਸੰਤੋਖ ਦਾ ਤਾਂ ਫੇਰਨਾ ਕਿ ਅੰਦਰੋਂ ਕਿਤੇ ਸ਼ਰਧਾ ਰੂਪੀ ਗੱਲ ਨਾ ਚਲੀ ਜਾਵੇ। ਰੱਖ ਗਰੀਬੀ ਵੇਸ। ਫਿਰ ਭਾਈ
ਇਸ ਕਰਕੇ ਜਿਹੜਾ ਹੈ ਸੁਹਾਗਾ ਫੇਰੀ ਦਾ ਹੈ ਬਈ ਜਿਵੇਂ ਕੋਈ ਜਾਨਵਰ ਨਾ ਦਾਣਾ ਚੁਗ ਲੈਣ, ਇਹ ਬਿਰਤੀ ਹੈ ਜਿਹੜੀ ਸੰਕਲਪ ਵਿਕਲਪ ਹੋਰ ਦੁਨੀਆ ਦੇ, ਇਹ ਕਿਤੇ ਇਸ ਦਾਣੇ ਨੂੰ ਚੋਗੀ ਨਾ ਜਾਣ। ਇਸ ਕਰਕੇ ਰੱਖ ਗਰੀਬੀ ਵੇਸ, ਗਰੀਬਾਂ ਵਾਲਾ ਲਿਬਾਸ ਧਾਰ। ਨਿਮਰਤਾ ਭਾਵ ਇਹ ਇੱਕ ਤਰ੍ਹਾਂ ਨਾਲ ਜਿਹੜੀ ਨਿਮਰਤਾ ਹੈ ਇਹ ਬਾੜ ਹੈ। ਭਾਉ ਕਰਮ ਕਰ ਜਮ ਸੀ, ਸੇ ਘਰ ਭਾਗਠ ਦੇਖ। ਮਹਾਰਾਜ ਜੀ ਕਹਿੰਦੇ ਫਿਰ ਭਾਉ ਪ੍ਰੇਮ ਅੰਦਰ ਭਾਵਨਾ ਕਰਨੀ ਹੈ, ਨਿਸ਼ਕਾਮ ਕਰਮ ਕਰਨੇ ਹਨ। ਜਮ ਸੀ, ਇਸ ਤਰ੍ਹਾਂ ਇਹ ਜਿਹੜਾ ਬੀਜ ਹੈ ਨਾ ਇਹ ਜੰਮੇਗਾ। ਸੇ ਘਰ ਭਾਗਠ ਦੇਖ, ਉਹਨਾਂ ਦਾ ਫਿਰ ਅੰਤਸ਼ਕਰਨ ਰੂਪੀ ਘਰ ਜਿਹੜਾ ਹੈ ਨਾ, ਨਾਮ ਜਦੋਂ ਜੰਮਿਆ ਤੇ ਇਹਦਾ ਫਲ ਕਿੰਨਾ ਪ੍ਰਫੁੱਲਤ ਹੋਊ ਕਿ ਉਹ ਫਿਰ ਘਰ ਭਾਗਾਂ ਵਾਲਾ ਦੇਖੀਦਾ। ਹਿਰਦਾ ਉਹ ਜੀਵਨ, ਉਹ ਪ੍ਰਾਣੀ ਭਾਈ ਭਾਗਠ ਭਾਗਾਂ ਵਾਲਾ ਹੈ। ਬਾਬਾ ਮਾਇਆ ਸਾਥ ਨਾ ਹੋਏ। ਹੇ ਬਾਬਾ ਭਾਵ ਪਿਤਾ, ਇਹ ਜਿਹੜੀ ਸੰਸਾਰੀ ਮਾਇਆ ਹੈ, ਤੂੰ ਕਹਿਣਾ ਖੇਤੀ ਕਰ, ਪੈਸੇ ਬਹੁਤ ਆਉਣਗੇ, ਮੌਜਾਂ ਕਰੀ, ਇਹ ਕਿੰਨਾ ਟਾਈਮ ਹੈ ਜ਼ਿੰਦਗੀ, ਇਹਨੇ ਨਾਲ ਨਹੀਂ ਜਾਣਾ ਪ੍ਰਲੋਕ ਵਿੱਚ। ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ ਰਹਾਉ। ਇਹ ਜਿਹੜੀ ਮਾਇਆ ਹੈ ਪਿਤਾ, ਇਹ ਚਾਚਾ ਲਾਲੂ, ਇਹਨੇ ਸਾਰੇ ਜਗਤ ਨੂੰ ਮੋਹਿਆ ਹੋਇਆ ਹੈ। ਕੋਈ ਵਿਰਲਾ ਪ੍ਰਾਣੀ ਜਿਹਦੇ ਤੇ ਸਤਿਗੁਰ ਦੀ ਮਿਹਰ ਹੁੰਦੀ ਹੈ, ਉਹ ਇਸ ਗੱਲ ਨੂੰ ਸਮਝਦਾ ਹੈ, ਉਹੀ ਇਸ ਗੱਲ ਨੂੰ ਬੁੱਝਦਾ ਹੈ। ਇਹ ਉਪਦੇਸ਼ ਦਿੱਤਾ ਕਿ ਇਸ ਤਰ੍ਹਾਂ ਬਿਰਲੇ ਸਮਝਦੇ ਨੇ। ਰਹਾਓ, ਰਹਾਓ ਵਿਸ਼ਰਾਮ ਹੈ। ਦਵਈਆ ਛੰਦ। ਅੱਗੇ ਹੁਣ ਇਤਿਹਾਸਕ ਖੇਤੀ ਦੀ ਗੱਲ ਕੀਤੀ। ਮਹਾਰਾਜ ਨੇ ਪਹਿਲੇ ਪਦੇ ਵਿੱਚ ਖੇਤੀ ਦਾ ਉਪਦੇਸ਼ ਦੇ ਦਿੱਤਾ। ਅੱਗੇ ਕਵੀ ਸੰਤਰੇਣ ਜੀ ਕਹਿ ਰਹੇ ਨੇ, ਪੁੰਨ ਲਾਲੂ ਬੋਲਿਓ ਮੁਖ ਬਚਨਾ। ਇਹ ਦਵਈਆ ਛੰਦ ਜਿਹੜਾ ਸਵਈਏ ਵੱਤ ਹੁੰਦਾ ਹੈ। ਫਿਰ ਚਾਚਾ ਲਾਲੂ ਮੁਖੋਂ ਬਚਨ ਬੋਲਿਆ, ਨਨਕਾਣੇ ਹਟ ਕਰੀਏ। ਜੇ ਇੱਥੇ ਨਹੀਂ ਤੁਸੀਂ ਹਟ ਕਰਨੀ, ਇਉਂ ਕਰੋ, ਨਨਕਾਣਾ ਆਪਣੇ ਨਗਰ ਹੀ ਹੱਟੀ ਪਾ ਦਿੰਦੇ ਹਾਂ। ਰਹੋ ਸਦਨ ਨਿਜ ਬਨ ਜੋ ਬਨ ਜਾ। ਇਉਂ ਉੱਥੇ ਸੋਹਣਾ ਬਣਜ ਬਣ ਜੋ, ਸੌਦੇ ਵੇਚੋ, ਲਓ ਆਪਣੇ ਘਰ ਰਹੋ। ਮਮ ਬਚ ਉਰ ਮਹਿ ਧਰੀਏ। ਹੇ ਪੁੱਤਰ ਮੇਰੇ ਬਚਨਾਂ ਨੂੰ ਹਿਰਦੇ ਵਿੱਚ ਧਾਰ ਲੈ। ਤੁਮ ਪਛਾਤ ਕਰਤ ਨਿਤ ਰੋਦਨ। ਦੇਖ ਤੇਰੇ ਪਿੱਛੋਂ ਰੋਜ਼ ਇਹ ਰੋਂਦੀ, ਹੇਰੋ ਜਨਨੀ ਘਾਤੇ। ਅਸੀਂ ਤੇਰੀ ਮਾਂ ਨੂੰ ਰੋਂਦੀ ਵੇਖਦੇ ਹਾਂ। ਸੁਣ ਦੂਸਰ ਪਦ ਸ੍ਰੀ ਮੁਖ ਭਾਖੈ। ਇਹ ਸੁਣ ਕੇ ਭਾਈ ਆਪਣੇ ਸੁਹਾਏ ਮਾਨ ਮੁਖ ਤੋਂ ਸਤਿਗੁਰਾਂ ਨੇ ਇਹ ਸ਼ਬਦ ਦਾ ਦੂਸਰਾ ਪਦਾ ਕਿਹਾ। ਸ਼ੁਭ ਗਤ ਪ੍ਰਾਪਤ ਜਾਤੇ। ਜਿਸ ਭਾਈ ਉਪਦੇਸ਼ ਨਾਲ ਸ਼ੁਭ ਗਤੀ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਜਾਂਦੀ ਹੈ। ਉਸ ਰਹਾਉ ਤੋਂ ਬਾਅਦ ਦੂਸਰਾ ਪਦਾ, ਹਾਣ ਹਟ ਕਰ ਆਰਜਾ, ਸੱਚ ਨਾਮ ਕਰ ਵੱਥ। ਮਹਾਰਾਜ ਕਹਿੰਦੇ, ਹੇ ਚਾਚਾ ਲਾਲੂ, ਹੇ ਪਿਤਾ, ਇਹ ਅਸਲ ਜੀਵਨ ਦੀ ਹੱਟੀ ਇਹ ਹੈ ਜਿਹੜੀ ਆ ਹਾਣ ਹਟ ਕਰ ਆਰਜਾ। ਆ ਜਿਹੜੀ ਉਮਰ ਹੈ ਦੇਖੇ ਨਾਸ਼ ਹੋਈ ਜਾਂਦੀ ਹੈ, ਹਾਣ ਹੋਈ ਜਾਂਦੀ ਹੈ, ਤੇ ਇਹ ਨਿਸ਼ਚਾ ਕਰ ਲਾ, ਵਿਰਾਗ ਲਿਆਓ ਅੰਦਰ। ਇਹ ਹੱਟੀ ਕਰ ਲਈ ਹੈ, ਇਹ ਭਾਈ ਉਮਰ ਰੂਪੀ, ਇਹਨੂੰ ਹੱਟੀ ਬਣਾ ਲਾ ਜਿਹੜੀ ਨਿਤ ਘਟ ਰਹੀ ਹੈ। ਸੱਚ ਨਾਮ ਕਰ ਵੱਥ। ਇਹਦੇ ਵਿੱਚ ਸੱਚੇ ਨਾਮ ਦਾ ਸੌਦਾ ਵੱਥ ਪਦਾਰਥ ਰੱਖ ਲੈ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ। ਫਿਰ ਅੱਗੇ ਗੁਰਮੁਖੋ ਭਾਂਡਿਆਂ 'ਚ ਸੌਦਾ ਪੀਪਿਆਂ 'ਚ ਪਾਇਆ ਹੁੰਦਾ ਸੀ ਨਾ, ਹੱਟੀਆਂ 'ਚ ਪਿਆ ਥਾਂ ਥਾਂ। ਸੁਰਤ ਸੋਚ ਕਰ ਭਾਂਡੇ ਕਿਹੜੇ ਜਿਨ੍ਹਾਂ 'ਚ ਰੱਖਣਾ ਹੈ ਸੌਦਾ। ਸੁਰਤ ਸੋਚ ਕਰ ਭਾਂਡ ਸਾਲ। ਸੁਰਤੀ ਗਿਆਤ ਉਹ ਸ਼ੁਭ ਪ੍ਰੀਤੀ। ਇਹ ਜਿਹੜੀ ਹੈ ਭਾਂਡੇ ਬਣਾ ਲਾ ਜੀਵਨ ਦੀ ਸੋਚ ਪਵਿੱਤਰਤਾ। ਇਹ ਭਾਂਡੇ ਕਰ ਭਾਂਡ ਸਾਲ, ਭਾਂਡੇ ਰੱਖਣ ਦੀ ਜਗ੍ਹਾ ਤੇ ਜਿਹੜਾ ਸੁਰਤੀ ਨੂੰ ਪਵਿੱਤਰ ਕਰਨਾ ਹੈ ਇਹ ਭਾਂਡੇ ਹਨ। ਤਿਸ ਵਿੱਚ ਤਿਸ ਨੂੰ ਰੱਖ। ਇਹ ਪਵਿੱਤਰ ਸੁਰਤੀ ਰੂਪੀ ਭਾਂਡਿਆਂ ਵਿੱਚ ਸੱਚੇ ਨਾਮ ਦੇ ਸੌਦੇ ਨੂੰ ਰੱਖ ਲਿਆ। ਵਣ ਜਾ ਰਿਹਾ ਸਿਓ ਵਣਜ ਕਰ।
ਲੈ ਲਾਹਾ ਮਨ ਹੱਸ। ਤੇ ਫਿਰ ਇਹ ਸੌਦਾ ਵੇਚਣਾ ਕਿਹਨੂੰ ਹੈ, ਵਣਜ ਕਿਹਦੇ ਨਾਲ ਕਰਨਾ ਹੈ? ਵਣਜਾਰੇ ਪੁਰਸ਼ ਸੰਤ ਮਹਾਤਮਾ ਗੁਰਮੁਖ, ਉਹਨਾਂ ਨਾਲ ਵਣਜ ਕਰਨਾ ਹੈ। ਉਹਨਾਂ ਨਾਲ ਮਿਲ ਕੇ ਪਰਮਾਰਥ ਦੀਆਂ ਬਾਤਾਂ ਕਰਨੀਆਂ, ਉਪਦੇਸ਼ ਕਰਨਾ, ਸੁਣਨਾ, ਇਹ ਵਣਜ ਕਰ। ਲੈ ਲਾਹਾ ਮਨ ਹੱਸ, ਤੇ ਅੰਤਰੀਵ ਜੀਵਨ ਦਾ ਜਿਹੜਾ ਹੈ ਬ੍ਰਹਮ ਗਿਆਨ ਰੂਪੀ ਜਾਂ ਭਾਈ ਮੁਕਤੀ ਰੂਪੀ ਲਾਹਾ ਲੈ ਕੇ ਹੱਸ, ਮਨ ਵਿੱਚ ਪ੍ਰਸੰਨ ਹੋ, ਖੁਸ਼ ਹੋ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ। ਕੁੰਡਲੀਆ ਛੰਦ। ਅੱਗੇ ਸੰਤ ਰੇਣ ਜੀ ਕਹਿ ਰਹੇ ਇਤਿਹਾਸ। ਤਬ ਲਾਲੂ ਕਹਿ ਤੋ ਭਇਓ। ਤਾਂ ਫਿਰ ਚਾਚਾ ਲਾਲੂ ਫੇਰ ਕਹਿਣ ਲੱਗਿਆ, ਹੇ ਨਾਨਕ ਸੁਖ ਰਾਸ। ਹੇ ਪੁੱਤਰ ਨਾਨਕ ਸੁੱਖਾਂ ਦੀ ਪੂੰਜੀ। ਨਾਨਕ ਜੇ ਮਨ ਫਿਰਨ, ਨਾਨਕ ਜੇ ਮਨ ਫਿਰਨ, ਜੇ ਮਨ ਇਸ ਤਰ੍ਹਾਂ ਮੁੜੇ, ਮਨ ਫਿਰ ਜੇ, ਪਰ ਘਰ ਤੇ ਭਇਓ ਉਦਾਸ। ਇਹ ਜਿਹੜਾ ਹੈ ਘਰ ਤੋਂ ਉਦਾਸ ਜਿਹਾ ਹੋ ਗਿਆ, ਘਰ ਤੇ ਭਇਓ ਉਦਾਸ ਸੋ। ਤੇ ਜੇ ਤੂੰ ਘਰ ਨਹੀਂ ਰਹਿਣਾ ਚਾਹੁੰਦਾ, ਵੀ ਤੇਰਾ ਮਾੜਾ ਮੋਟਾ, ਨਾਨਕ ਜੇ ਮਨ ਫਿਰਨ, ਤੇਰਾ ਫਿਰਨ ਤੁਰਨ ਦਾ ਹੀ ਮਨ ਹੈ, ਪਰ ਘਰ ਤੇ ਭਇਓ ਉਦਾਸ। ਇਹ ਘਰੋਂ ਤੂੰ ਉਦਾਸ ਹੈ, ਹੁਣ ਮੈਂ ਤਾਂ ਘੁੰਮਣਾ ਫਿਰਨਾ, ਘਰ ਤੇ ਭਇਓ ਉਦਾਸ। ਸੋ ਲੀਜੈ ਮੋਲਕ, ਸੋ ਲੀਜੈ ਮੋਲਕ ਕਾਨਾ। ਫੇ ਪੁੱਤਰ ਤੂੰ ਵਪਾਰ ਕਰ ਲਾ, ਘੋੜੇ ਵਗੈਰਾ ਮੁੱਲ ਲੈ ਲਾ, ਉਧਰੋਂ ਲਿਆਂਦੇ ਇਧਰ ਵੇਚ, ਤੇ ਇਧਰੋਂ ਐ ਵਪਾਰ ਸ਼ੁਰੂ ਕਰ ਦੇ। ਕਰੀਐ ਤਿਨ ਕੋ ਵਣਜ ਫਿਰਿਓ, ਕਰੀਐ ਤਿਨ ਕੋ ਵਣਜ। ਇਉਂ ਘੋੜਿਆਂ ਦਾ ਵਪਾਰ ਕਰ ਲੈ। ਫਿਰਿਓ ਦੇਸਨ ਜਹ ਜਾਨਾ। ਜਿੱਥੇ ਜਾਣਾ ਚਾਹੁੰਦਾ ਉਹਨਾਂ ਦੇਸ਼ਾਂ ਵਿੱਚ ਫਿਰੀ ਤੁਰੀ ਵੀ ਨਾਲੇ। ਤੋ ਜਨਨੀ ਧੀਰਜ ਧਰੈ। ਫਿਰ ਵੀ ਮਾਂ ਦੇਖ ਪੁੱਤਰ ਤੇਰੀ ਧੀਰਜ ਹੌਸਲਾ ਧਾਰੇਗੀ। ਸੁਤ ਆਵਹਿ ਫਿਰ ਧਾਮ। ਕਿ ਜਿਹੜਾ ਪੁੱਤਰ ਹੈ ਉਹ ਘੁੰਮ ਫਿਰ ਕੇ ਘਰ ਆਵੇਗਾ। ਸੁਨ ਸਰਵਨਨ ਸ੍ਰੀ ਮੁਖ ਭਨੈ। ਇਹ ਬਚਨ ਸੁਣ ਕੇ ਭਾਈ ਫਿਰ ਸਰਵਾਏਮਾਨ ਮੁਖ ਤੋਂ ਸਤਿਗੁਰਾਂ ਨੇ ਅੱਗੇ ਉਪਦੇਸ਼। ਤ੍ਰਿਤੀਆ ਪਦ ਅਬਰਾਮ। ਸ਼ਬਦ ਦਾ ਜਿਹੜਾ ਹੈ ਤੀਜਾ ਪਦ, ਉਹ ਸੁੰਦਰ ਪਦ ਉਚਾਰਨ ਕੀਤਾ ਹੈ। ਅੱਗੇ ਹੈ ਜੋ ਤੀਸਰਾ ਪਦਾ ਹੈ ਸ਼ਬਦ ਦਾ। ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਮਹਾਰਾਜ ਕਹਿੰਦੇ ਇਹ ਵਪਾਰ ਵੀ ਅੰਤਰੀਵ ਕਰਨਾ ਚਾਹੀਦਾ, ਜਿਹਦਾ ਲਾਭ ਹੈ ਅੰਤਰਾਤਮੇ। ਕਿਹੜਾ ਹੈ? ਸੁਣ ਸਾਸਤ ਸੌਦਾਗਰੀ। ਵੀ ਇਹ ਜਿਹੜਾ ਸੁਣ ਸਾਸਤ, ਜਿਹੜਾ ਸਾਸਤ ਸ਼ਾਸਤਰ ਧਰਮ ਉਪਦੇਸ਼ ਸੁਣਨਾ, ਗ੍ਰੰਥਾਂ ਦੀ ਕਥਾ ਸੁਣਨੀ, ਇਹੀ ਸੁਦਾਗਰੀ ਹੈ। ਇਹ ਘੋੜਿਆਂ ਦਾ ਵਪਾਰ ਹੈ। ਸੱਤ ਘੋੜੇ ਲੈ ਚੱਲ। ਇੱਥੋਂ ਕਿਹੜੇ ਘੋੜੇ ਲੈ ਕੇ ਚੱਲਣੇ ਆ? ਸੱਤ ਸੰਤੋਖ ਇਤਿਆਦਿਕ ਸ਼ੁਭ ਗੁਣ ਧਾਰਨੇ। ਇਹ ਘੋੜੇ ਲੈ ਕੇ, ਜਾਂ ਭਾਈ ਸੱਤ ਤਰ੍ਹਾਂ ਦੇ ਘੋੜੇ ਆ। ਵਿਵੇਕ ਹੈ, ਵਿਰਾਗ ਹੈ, ਖਟ ਸੰਪਤੀ ਹੈ, ਮੋਕਸ਼ ਇੱਛਾ, ਸਰਵਣ ਮੰਨਣ ਨਿਧਿਆਸਣ। ਇਹ ਘੋੜੇ ਲੈ ਕੇ ਚੱਲਣੇ। ਖਰਚ ਬੰਨ ਚੰਗਿਆਈ ਆ, ਮਤ ਮਨ ਜਾਣ ਹੈ ਕੱਲ। ਇਸ ਤਰ੍ਹਾਂ ਸ਼ੁਭ ਚੰਗਿਆਈਆਂ, ਚੰਗੇ ਕਰਮਾਂ ਰੂਪੀ ਪਰਉਪਕਾਰ ਇਤਿਆਦਿਕ ਦੀਆਂ ਇਹ ਆਪਣੇ ਅੰਦਰ ਖਰਚਾ, ਬੁੱਧੀ ਦੇ ਵਿੱਚ ਇਹ ਖਰਚਾ ਬੰਨ, ਜਿਵੇਂ ਵਪਾਰੀ ਖਰਚਾ ਬੰਨ ਕੇ ਤੁਰਦੇ ਆ। ਮਤ ਮਨ ਜਾਣਾ ਕੱਲ। ਮਤਾ ਇਹ ਮਨ ਵਿੱਚ ਜਾਣੀ ਕਿ ਕੋਈ ਨਹੀਂ, ਕੱਲ ਨੂੰ ਕਰ ਲਾਂਗੇ ਇਹ ਕੰਮ। ਜਿਹੜਾ ਸ਼ੁਭ ਕਰਮ ਹੈ ਨਾ, ਇਹ ਕੱਲ ਨੂੰ ਬੰਨਣ ਵਾਲਾ ਖਰਚਾ ਨਹੀਂ, ਇਹ ਤਾਂ ਹੁਣੇ ਹੀ ਹੈ। ਹੁਣੇ ਕੀ ਆਵ ਹੀ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਲ ਕਰੰਤ ਆਵੈ ਕਰ। ਜਦੋਂ ਸਕੂਲ 'ਚ ਪੜ੍ਹਦੇ ਹੁੰਦੇ ਸੀ, ਕੰਨਾਂ ਤੇ ਲਿਖਿਆ ਹੁੰਦਾ ਸੀ, ਅੱਜ ਦਾ ਕੰਮ ਕੱਲ ਤੇ ਨਾ ਛੱਡੋ। ਭਗਤ ਜੀ ਉਦੋਂ ਵੀ ਅੱਗੇ ਜਾ ਕੇ ਕਹਿੰਦੇ ਨੇ, ਕਾਲ ਕਰੰਤ ਆਵੈ ਕਰ। ਜਿਹੜਾ ਭਾਈ ਕੰਮ ਕੱਲ ਨੂੰ ਕਰਨਾ, ਅੱਜ ਕਰ ਲਾ। ਅਬ ਕਰਤਾ ਸੋਇ ਤਾਲ। ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲਾ, ਹੁਣੇ ਹੀ, ਦੇਰ ਨਾ ਲਾ। ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਫੇਰ ਨਹੀਂ ਕੁਛ ਹੋਣਾ ਹੈ ਜਦੋਂ ਸਿਰ ਤੇ ਕਾਲ ਆ ਗਿਆ। ਫਿਰ ਐਵੇਂ ਸੋਚੀ ਜਾਂਦਾ। ਇਸ ਕਰਕੇ ਮਤਾ ਜਾਣੀ, ਕੱਲ ਕਰ ਲਵਾਂਗੇ। ਨਿਰੰਕਾਰ ਕੈ ਦੇਸ ਜਾਹੇ, ਤਾ ਸੁਖ ਲਹੈ ਮਹੱਲ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਦੇਸ਼ ਜਾ ਕੇ, ਜਾਂ ਭਾਈ ਪਰਮੇਸ਼ਰ ਦਾ ਦੇਸ਼ ਸਤਸੰਗ ਵੀ ਹੈ, ਸੱਚਖੰਡ ਵੀ,
ਇੱਥੇ ਸ਼ੁਭ ਗੁਣ ਘੋੜਿਆਂ ਦਾ ਵਪਾਰ ਕਰੀਏ। ਤੁਰਿਆ ਪਦ ਰੂਪੀ ਮਹਲ ਵਿੱਚ ਇਉਂ ਨਿਰੰਕਾਰ ਕੈ ਦੇਸ ਜਾਹੇ। ਉਹਦੇ ਦੇਸ਼ ਵਿੱਚ ਜਾ ਕੇ ਤਾ ਸੁਖ ਲਹੈ ਮਲ। ਫਿਰ ਭਾਈ ਸੁੱਖਾਂ ਨੂੰ ਜਿਹੜਾ ਹੈ ਉਹ ਸੁੱਖਾਂ ਦਾ ਮਹਲ ਜਾਂ ਕਹੀਏ ਸਰੂਪ ਰੂਪੀ ਮਹਲ ਸੁੱਖ ਜਿਹੜੇ ਹੈ ਇਹ ਪ੍ਰਾਪਤ ਹੋ ਜਾਣਗੇ। ਇਹ ਮਹਾਰਾਜ ਨੇ ਅੱਗੇ ਉਪਦੇਸ਼ ਦਿੱਤਾ ਦੋਹਰਾ। ਹੁਣ ਸੰਤ ਰੇਣ ਜੀ ਅੱਗੇ ਕਥਾ ਦੱਸਦੇ ਨੇ। ਕਹਿ ਨਿਬ੍ਰਿਤ ਕੇ ਬਚਨ ਜੇ ਨਹਿ ਲਾਗਤ ਮਨ ਮਾਹੇ। ਕਹਿ ਨਿਬ੍ਰਿਤ ਕੇ ਬਚਨ ਜੇ ਨਹਿ ਲਾਗਤ ਮਨ ਮਾਹੇ। ਤੇ ਮਹਾਰਾਜ ਕਹਿੰਦੇ ਵੀ ਨਿਬ੍ਰਿਤ ਦਾ ਅਰਥ ਹੁੰਦਾ ਬਿਰਤੀ ਤੋਂ ਰਹਿਤ। ਇਹ ਜਿਹੜੇ ਬਚਨ ਜੇ ਮਨ ਵਿੱਚ ਉਸ ਸਮੇਂ ਨਹੀਂ ਲੱਗਦੇ। ਬਹੁਰ ਬਹੁਰ ਪਰ ਬਿਰਤ ਕੇ ਕਮਲ ਬਦਨ ਸੋ ਪ੍ਰਾਹੇ। ਪਰ ਉਹਨਾਂ ਦੇ ਹੁਣੇ ਨਿਬ੍ਰਿਤੀ ਦੇ ਜਿਹੜੇ ਬਚਨ ਹਨ ਉਹ ਮਨ ਨੂੰ ਨਹੀਂ ਨਾ ਲੱਗਦੇ ਹੈ। ਇਸ ਕਰਕੇ ਉਹ ਪ੍ਰਵਿਰਤੀ ਦੇ ਬਚਨ ਬਾਰ-ਬਾਰ ਸੰਸਾਰੀ ਗੱਲ ਜਿਹੜੀ ਹੈ ਉਹ ਬਾਰ-ਬਾਰ ਉਹ ਕਰਦੇ ਨੇ। ਕਹਿ ਨਿਬ੍ਰਿਤ ਕੇ ਬਚਨ ਜੇ ਨਹਿ ਲਾਗਤ ਮਨ। ਜਿਹੜੇ ਸਤਿਗੁਰੂ ਜੀ ਬਚਨ ਕਹਿ ਰਹੇ ਨਿਬ੍ਰਿਤੀ ਦੇ ਇਹ ਜਿਹੜੇ ਹਨ ਇਹ ਗੁਰਮੁਖੋ ਬ੍ਰਿਤੀ ਤੋਂ ਰਹਿਤ ਇਹ ਮਨ ਨਹੀਂ ਲੱਗਦੇ ਹਨ। ਇਸ ਕਰਕੇ ਫਿਰ ਉਹ ਬਾਰ-ਬਾਰ ਹੀ ਜਾਂ ਬਹੁਰ ਬਹੁਰ ਪਰ ਬਿਰਤ ਕੇ ਕਮਲ ਬਦਨ ਸੋ ਪਰਾਹੇ। ਬਾਰ-ਬਾਰ ਕਮਲ ਬਦਨ ਕਮਲ ਵਰਗੇ ਮੁਖ ਵਾਲੇ ਮੁਖੜੇ ਵਾਲੇ ਸਤਿਗੁਰੂ ਜੀ ਨੂੰ ਪ੍ਰਵਿਰਤੀ ਦੇ ਜਿਹੜੇ ਬਚਨ ਹਨ ਉਹ ਕਹਿ ਰਹੇ ਹਨ। ਜਾਂ ਕਹੀਏ ਭਾਈ ਇਹ ਪ੍ਰਵਿਰਤੀ ਮਾਰਗ ਮਹਾਤਮਾ ਦਾ ਮਾਰਗ ਹੈ। ਬਾਰ-ਬਾਰ ਸਤਿਗੁਰੂ ਜੀ ਇਹ ਬਚਨ ਕਹਿ ਰਹੇ ਹਨ। ਦਵਈਆ ਛੰਦ ਸੁਣ ਕਾਲੂ ਪੁਨ ਬਚਨ ਬਖਾਨੇ। ਇਹ ਸੁਣ ਕੇ ਬਾਬਾ ਕਾਲੂ ਜੀ ਨੇ ਫਿਰ ਇਹ ਬਚਨ ਕਹੇ। ਜੋ ਤੁਮ ਇਹ ਨਹਿ ਕਰਨਾ ਪੁੱਤਰ ਜੇ ਤੂੰ ਇਹ ਕੁਝ ਵੀ ਨਹੀਂ ਕਰਨਾ ਹੈ। ਕਰੋ ਵਜ਼ੀਰੀ ਭੂਪਤ ਤਹਿ ਕੀ। ਤੂੰ ਉੱਥੇ ਚੱਲ ਰਾਏ ਬੁਲਾਰ ਦੇ ਕੋਲੇ ਜਾ ਕੇ ਵੱਡੀ ਨੌਕਰੀ ਕਰਨੀ ਸ਼ੁਰੂ ਕਰ ਦੇ। ਉਹਦੀ ਵਜ਼ੀਰੀ ਕਰ ਲਾ। ਹੁਕਮਨ ਮੁਖੇ ਉਚਰਨਾ ਤੇ ਨਾਲੇ ਮੁਖ ਤੋਂ ਉੱਥੇ ਕਰਨਾ ਕਿ ਹੁਕਮ ਹੀ ਕਰਨਾ ਨੌਕਰਾਂ ਨੂੰ। ਮੁਝ ਬਚ ਮਾਨ ਕਰੋ ਇਹੋ ਕਾਜਾ। ਪੁੱਤਰ ਜੀ ਮੇਰਾ ਬਚਨ ਮੰਨ ਕੇ ਤੁਸੀਂ ਇਹ ਕੰਮ ਕਰ ਲਓ। ਤਜੋ ਫਕੀਰੀ ਬੇਸਾ। ਆ ਫਕੀਰਾਂ ਵਾਲਾ ਭੇਸ਼ ਛੱਡ ਦਿਓ। ਸੁਨ ਕਰ ਚਥਰਤ ਪਦ ਕੋ ਬੰਦਤ। ਇਹ ਸੁਣ ਕੇ ਭਾਈ ਚੌਥੇ ਪਦੇ ਨੂੰ ਸਤਿਗੁਰਾਂ ਉਚਾਰਿਆ। ਸ੍ਰੀ ਨਾਨਕ ਜਗਤੇਸ਼ਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਈਸ਼ਵਰ ਨੇ ਫਿਰ ਇਹ ਚੌਥਾ ਪਦਾ ਉਚਾਰਿਆ ਹੈ। ਸ਼ਬਦ ਇਹ ਸ਼ਬਦ ਦਾ ਆਖਰੀ ਤੇ ਚੌਥਾ ਪਦਾ ਹੈ। ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਮਹਾਰਾਜ ਕਹਿੰਦੇ ਪਿਤਾ ਮਨ ਬਿਰਤੀ ਜਿਹੜੀ ਹੈ ਨਾ ਵਾਹਿਗੁਰੂ ਪਰਮੇਸ਼ਰ ਵਿੱਚ ਲਾਈਏ। ਇਹ ਨੌਕਰੀ ਕਰਨੀ ਹੈ। ਨਾਮ ਦਾ ਮੰਨਣ ਮਨ ਨਾਮ ਨੂੰ ਮੰਨਣਾ ਇਹ ਸ਼ੁਭ ਕਾਰਜ ਕਰਨਾ ਹੈ। ਬਨ ਬਦੀਆ ਕਰ ਧਾਵਣੇ ਤਾ ਕੋ ਆਖੈ ਧੰਨ। ਜਿਵੇਂ ਹੁਣ ਇੱਕ ਨੌਕਰੀ ਕਰਨ ਵਾਲਾ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਉਹਦਾ ਇਹ ਚੱਕਰ ਬਣਿਆ ਰਹਿੰਦਾ ਹੈ ਨਾ। ਇਸ ਤਰ੍ਹਾਂ ਬਨ ਬਦੀਆ ਕਰ ਧਾਵਣੀ ਭੱਜ ਦੌੜ ਕਰਨੀ ਹੈ ਨੌਕਰੀ ਵਾਲੇ ਨੂੰ ਕਰਨੀ ਪੈਂਦੀ ਹੈ। ਇਹ ਜਿਹੜੀਆਂ ਬਦੀਆਂ ਨੇ ਖੋਟੇ ਕਰਮ ਹੈ ਮਨ ਨੂੰ ਚੁੰਬੜੇ ਹੋਏ ਇਹਨਾਂ ਨੂੰ ਬੰਨ ਮਾਰਨਾ ਇਹਨਾਂ ਨੂੰ ਰੋਕਣਾ ਹੈ। ਇਹ ਭੱਜ ਦੌੜ ਕਰਨੀ ਹੈ। ਵਾਹਿਗੁਰੂ ਦੀ ਸਤਸੰਗ ਵੱਲ ਦੌੜ ਲਾ ਤਾ ਕੋ ਆਖੈ ਧੰਨ। ਜਿਹੜਾ ਇਸ ਤਰ੍ਹਾਂ ਕਰਦਾ ਹੈ ਉਸ ਪ੍ਰਾਣੀ ਨੂੰ ਧਰਮ ਮਾਰਗ ਤੇ ਧਨਤਾ ਦੇ ਜੋ ਕਿਹਾ ਜਾਂਦਾ ਹੈ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਣ ਬੰਨ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚਵਗਣ ਚੌਰ ਗੁਣਾ ਨਾਨਕ ਵੇਖੈ। ਜਿਹੜੇ ਕੋਈ ਇਸ ਤਰ੍ਹਾਂ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਫਿਰ ਵਾਹਿਗੁਰੂ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਨਾਲ ਉਹਨਾਂ ਨੂੰ ਵੇਖਦਾ ਕਿਰਪਾ ਕਰਦਾ। ਕਿਉਂ ਭਾਈ ਚੜ੍ਹੈ ਚਵਾਗਣ ਵੰਨ। ਉਹਨਾਂ ਗੁਰਮੁਖਾਂ ਨੂੰ ਫਿਰ 4 ਗੁਣਾ ਵੱਧ ਰੰਗ ਚੜ ਜਾਂਦਾ ਹੈ। ਤੇ ਜਾਂ ਕਹੀਏ ਚੌਥੀ ਤੁਰਿਆ ਭੂਮਿਕਾ ਦਾ ਹੀ ਜਿਹੜਾ ਰੰਗ ਹੈ ਉਹ ਮਹਾਰਾਜ ਕਹਿੰਦੇ ਇਉਂ ਚੜ ਜਾਂਦਾ। ਇਹ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਇਹ ਬਚਨ ਕਹੇ ਤਾਂ ਉਸ ਤੋਂ ਬਾਅਦ ਸਵਈਆ।
ਹੁਣ ਸੰਤ ਰੇਣ ਜੀ ਇਤਿਹਾਸ ਦੱਸਦੇ। ਸਰੋਨ ਸੁਨੇ ਇਵ ਤੂਸਨ ਸੈਨ। ਇਉਂ ਭਾਈ ਜਦੋਂ ਸਾਰੇ ਇਹ ਬਚਨ ਸੁਣੇ, ਫਿਰ ਤੂਸਨ ਸੈਨ ਚੁੱਪ ਹੋ ਗਏ ਸਾਰੇ ਜਿੰਨੇ ਵੀ ਸਾਥ ਆਏ। ਅਧੀਨ ਭਏ ਜਨਨੀ ਜਨ ਕੰਸੋ। ਸਾਰੇ ਹੀ ਅਧੀਨ ਹੋ ਗਏ, ਅਨੁਸਾਰੀ ਹੋ ਗਏ। ਮਹਾਰਾਜ ਨੇ ਕਿਰਪਾ ਕਰਤੀ, ਮਾਤਾ ਵੀ, ਜਨਕੰ ਕਹੀਏ ਪਿਤਾ ਜੀ ਵੀ। ਕੌਣ ਉਪਾਏ ਨਿਕੇਤਰ ਹੈ। ਕਹਿੰਦੇ ਕੌਣ ਐਸਾ, ਉਹ ਕੌਣ ਉਪਾਏ ਨਿਕੇਤਰ ਹੈ, ਕਿਹੜਾ ਕੋਈ ਐਸਾ ਜਿਹੜਾ ਹੈ ਉਪਾਅ ਵਗੈਰਾ ਕਰੀਏ। ਬਿਰਹਾ ਤੁਰ ਹੋਏ ਵਿਚਾਰ ਉਰੰਸੋ। ਇਉਂ ਭਾਈ ਬਿਰਹਾ ਤੁਰ ਬਹੁਤ ਹੀ ਬੇਹਾਲ ਚਿੰਤਤ ਹੋਏ ਮਾਤਾ ਪਿਤਾ ਹਿਰਦੇ ਵਿੱਚ ਵਿਚਾਰ ਕਰਦੇ ਨੇ। ਏਕ ਤਨੂਜੈ ਹੋਏ ਫਕੀਰ। ਇੱਕ ਹੀ ਤਨੂਜਾ, ਇੱਕ ਹੀ ਪੁੱਤਰ ਹੈ ਤੇ ਉਹੀ ਫਕੀਰ ਹੋ ਗਿਆ ਹੈ। ਵਿਦੇਸ਼ ਗਵੈ ਕਿਵ ਧੀਰ ਧਰੰ। ਜਦੋਂ ਵਿਦੇਸ਼ ਜਾਵੇਗਾ ਅਸੀਂ ਕਿਵੇਂ ਧੀਰਜ ਧਾਰਾਂਗੇ। ਵਿਦੇਸ਼ ਗਵੈ ਕਿਵ ਧੀਰ ਧਰੰ ਸੋ। ਕਿਵੇਂ ਇਹਦੇ ਬਿਨਾਂ ਧੀਰਜ ਧਾਰਾਂਗੇ। ਤਾਤ ਕੋ ਮੋਹੇ ਨਾ ਭੇਵ ਪਛਾਨ ਹੈ। ਇਹ ਇਧਰ ਹੈ ਤਾਤ ਕੋ ਮੋਹੇ ਨਾ ਭੇਵ ਪਛਾਨ ਹੈ। ਕਹਿੰਦੇ ਪੁੱਤਰ ਮੇਰਾ ਸਾਡਾ ਭੇਵ ਨਹੀਂ ਪਛਾਣਦਾ। ਜਾਂ ਭਾਈ ਤਾਤ ਕਹੀਏ ਪਿਤਾ, ਗੁਰੂ ਸਾਹਿਬ ਜਾਣਦੇ ਹਨ ਵੀ ਇਹ ਪੁੱਤਰ ਦੇ ਭੇਦ ਨੂੰ ਉਹ ਜਾਣਦੇ ਨਹੀਂ। ਤਾਤ ਕੋ ਮੋਹ ਨਾ ਭੇਵ ਪਛਾਨੈ। ਪੁੱਤਰ ਦੇ ਮੋਹ ਵਿੱਚ ਪਏ ਨੇ, ਭੇਦ ਨਹੀਂ ਜਾਣਦੇ ਇਸ ਗੱਲ ਦਾ। ਜਨ ਹੈ ਮਾਨਵ ਆਨ ਸਮੰਸੋ। ਹੋਰਾਂ ਲੋਕਾਂ ਵਾਂਗੂ ਇੱਕ ਮਨੁੱਖ ਹੀ ਜਾਣਦੇ ਹਨ ਦੋਹਰਾ। ਬੀਬੀ ਦੋਨ ਭਤੀਜ ਲੈ ਭਰਜਾਈ ਲੈ ਸਾਥ। ਹੁਣ ਬੇਬੇ ਨਾਨਕੀ ਦੋਵੇਂ ਭਤੀਜੇ ਤੇ ਭਰਜਾਈ ਮਾਤਾ ਸੁਲੱਖਣੀ ਨੂੰ ਨਾਲ ਲੈ ਕੇ ਆਵਤ ਭੀ ਤਹਿ ਠੌਰ ਮਹਿ ਜਹ ਗੁਰ ਦੀਨਾ ਨਾਥ। ਜਿੱਥੇ ਭਾਈ ਦੀਨਾ ਨਾਥ ਗਰੀਬਾਂ ਦੇ ਮਾਲਕ ਸਤਿਗੁਰੂ ਜੀ ਹੈ ਉਥੇ ਆ ਗਈ ਹੈ। ਦੋਨੋਂ ਕੋ ਸਨਮੁਖ ਕੀਓ ਪੁਨ ਮੁਖ ਬੈਨ ਬਖਾਨ। ਦੋਨਾਂ ਸਤਿਗੁਰਾਂ ਦੇ ਪੁੱਤਰਾਂ ਨੂੰ ਸਾਹਮਣੇ ਕੀਤਾ। ਫਿਰ ਮੁਖੋਂ ਇਹ ਬਚਨ ਕਹੇ, ਇਨ ਕੀ ਦਸ਼ਾ ਨਿਹਾਰੀਏ ਹੇ ਭਰਾਤਾ ਗੁਣ ਖਾਨ। ਹੇ ਭਰਾ ਗੁਣਾਂ ਦੀ ਖਾਨ ਠੀਕ ਹੈ, ਪਰ ਪੁੱਤਰਾਂ ਦੀ ਹਾਲਤ ਵੀ ਤਾਂ ਤੁਸੀਂ ਵੇਖੋ। ਕਹਿ ਸਤਿਗੁਰ ਹੈ ਭੈਣ ਜੀ ਰਾਖਾ ਇਨ ਕਰਤਾਰ। ਸਤਿਗੁਰੂ ਜੀ ਕਹਿਣ ਲੱਗੇ ਵੀ ਹੇ ਭੈਣ ਬੇਬੇ ਨਾਨਕ ਇਹਨਾਂ ਦਾ ਰਾਖਾ ਪਰਮੇਸ਼ਰ ਹੈ। ਪੰਥ ਚੱਲੈ ਸ੍ਰੀ ਚੰਦ ਕਾ ਲਖਮੀ ਬੰਸ ਬਿਥਾਰ। ਇਹਨਾਂ ਦਾ ਤਾਂ ਬਹੁਤ ਵੱਡੀ ਕਿਰਪਾ ਹੈ। ਵੱਡੇ ਪੁੱਤਰ ਸ੍ਰੀ ਚੰਦ ਦਾ ਪੰਥ ਚੱਲੂਗਾ ਉਦਾਸੀ ਮਾਰਨ, ਕਿ ਲਖਮੀ ਚੰਦ ਦੀ ਬਹੁਤ ਅੱਗੇ ਅੰਸ਼ ਵੰਸ਼ ਹੋਵੇਗੀ। ਵੇਦ ਵੰਸ਼ੇ ਤੋਂ ਅੱਗੇ ਜਿਹੜੀ ਹੈ ਸਾਡੀ ਕੁੱਲ ਚੱਲੇਗੀ। ਜਾਹੋ ਅਬੈ ਸਭ ਸਦਨ ਕੋ ਹਮਰੋ ਗੈਲ ਤਿਆਗ। ਹੁਣ ਤੁਸੀਂ ਸਾਰੇ ਘਰ ਨੂੰ ਚਲੇ ਜਾਓ, ਸਾਡਾ ਜਿਹੜਾ ਗੈਲ ਸਾਡਾ ਸਾਥ ਛੱਡ ਕਰਕੇ। ਜਪੋ ਨਾਮ ਕਰਤਾਰ ਕਾ ਸੁਖ ਪਰਲੋਕ ਵਡ ਭਾਗ। ਤੇ ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ ਤੁਸੀਂ, ਜੋ ਪਰਲੋਕ ਦੇ ਸੁੱਖਾਂ ਦੇ ਸੁੱਖ ਮਿਲਦੇ ਆ, ਇਹਦੇ ਨਾਲ ਹੀ ਵੱਡੇ ਭਾਗਾਂ ਵਾਲਾ ਹੁੰਦਾ ਹੈ। ਤੁਮ ਫਕੀਰ ਹਮ ਘਰ ਵਸੈ ਇਹੋ ਅਨੀਤ ਨਹਿ ਥਾਹੇ। ਤੇ ਹੁਣ ਪਰਿਵਾਰ ਵਾਲੇ ਕਹਿੰਦੇ ਤੁਸੀਂ ਫਕੀਰ ਬਣ ਗਏ ਤੇ ਅਸੀਂ ਘਰੇ ਰਹੀਏ। ਇਹ ਤਾਂ ਫਿਰ ਨੀਤੀ ਨਹੀਂ ਹੈ, ਇਹ ਤਾਂ ਅਨੀਤ ਹੈ। ਇਹ ਨੀਤ ਚੰਗੀ ਨਹੀਂ। ਕੈ ਨਿਜ ਸੰਗੈ ਲੈ ਚਲੋ ਕੈ ਮਰਹਿ ਬਿਖ ਖਾਹੇ। ਮਾਤਾ ਸੁਲੱਖਣੀ ਤੱਕ ਜਾਂ ਹੋਰ ਇੱਥੇ ਤੱਕ ਕਹਿਤਾ ਵੀ ਜਾਂ ਤਾਂ ਸਾਨੂੰ ਵੀ ਨਾਲ ਲੈ ਚਲੋ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੇ। ਕਹਿ ਮਾਤਾ ਤੁਮ ਏਕ ਸੁਤ ਸੇ ਅਬ ਭਇਓ ਫਕੀਰ। ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਇੱਕੋ ਹੀ ਮੇਰਾ ਪੁੱਤਰ ਸੀ, ਉਹ ਤੂੰ ਹੁਣ ਫਕੀਰ ਹੋ ਗਿਆ। ਕਰਦ ਭੇਟ ਮੈਂ ਖਾਏ ਕੈ ਮਰੋਂ ਤੁਮਾਰੇ ਤੀਰ। ਮੈਂ ਕਰਦ ਪੇੜ ਵਿੱਚ ਖਾ ਕੇ ਤੇਰੇ ਕੋਲ ਹੀ ਇੱਥੇ ਮਰ ਜਾਵਾਂਗੀ। ਪਿਤਾ ਪਿਤ ਚਾਚਾ ਦੋਨੋਂ ਕਹੈ ਹੇ ਸੁਤ ਪਿਆਰੇ ਪ੍ਰਾਨ।
ਇਧਰ ਪਿਤਾ ਤੇ ਸਤਿਗੁਰਾਂ ਦਾ ਚਾਚਾ, ਉਹ ਦੋਵੇਂ ਕਹਿੰਦੇ ਆ ਵੀ ਹੇ ਪ੍ਰਾਣਾ ਤੋਂ ਪਿਆਰੇ ਸਾਡੇ ਪੁੱਤਰ, ਤੁਮ ਤਿਆਗੇ ਕਸ ਜੀਵ ਹੈ, ਹਮ ਭੀ ਤਜ ਹੈ ਪ੍ਰਾਨ। ਤੈਨੂੰ ਛੱਡ ਕੇ ਦੱਸ ਅਸੀਂ ਕਿਵੇਂ ਜਿਉਈਏ। ਤੇ ਅਸੀਂ ਵੀ ਫਿਰ ਇਉਂ ਕਰਦੇ ਹਾਂ ਵੀ ਅਸੀਂ ਵੀ ਆਪਣੇ ਪ੍ਰਾਣ ਜਿਹੜੇ ਹੈ ਉਹ ਜਿਹੜਾ ਛੱਡ ਦੇਵਾਂਗੇ। ਆਪਣੇ ਪ੍ਰਾਣ ਸਾਡੇ ਵੀ ਜਿਹੜੇ ਨੇ ਉਹ ਜਿਹੜੇ ਹੈ ਹਾਂ, ਇਹ ਸੁੱਤ ਤੁਮ ਤਿਆਗੇ ਕਸ ਜੀਵ ਹੈ, ਤੈਨੂੰ ਤਿਆਗ ਕੇ ਕਿਸ ਤਰ੍ਹਾਂ ਅਸੀਂ ਜਿਉ ਸਕਦੇ ਆ। ਹਮ ਭੀ ਤਜ ਹੈ ਪ੍ਰਾਨ, ਅਸੀਂ ਵੀ ਆਪਣੇ ਪ੍ਰਾਣ ਜਿਹੜੇ ਆ ਉਹ ਛੱਡ ਦੇਵਾਂਗੇ। ਕਿਉਂ? ਇਹ ਮਾਤਾ ਪਿਤਾ ਸਭ ਨੇ ਕਿਹਾ। ਅੱਗੇ ਗੁਰਮੁਖੋ ਫਿਰ ਮਾਤਾ ਸੁਲੱਖਣੀ, ਮੂਲ ਚੰਦ, ਹੋਰ ਉਹ ਕੁਝ ਕਹਿੰਦੇ ਨੇ। ਉਹ ਆਪਾਂ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਕੱਲ ਇੱਥੋਂ ਅੱਗੇ ਸ਼ੁਰੂ ਕਰਾਂਗੇ ਕਥਾ। ਭੁੱਲ ਚੁੱਕ ਦੀ ਖਿਮਾ। ਆਓ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।